ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਏ ਕਰ ਜੋਰ ਕਰੋ ਚਰਣਾ ਪਰ ਜਾਉ, ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖਹੁ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੂਹ ਕੁਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਲ ਗੁਣ ਆਨੰਦ ਉਪਾਰਜਨ, ਹਰ ਸਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ, ਕਰ ਕਿਰਪਾ ਕੀਆ ਮਿਲਾਏ। ਫਲ ਗੁਣ ਆਨੰਦ ਉਪਾਰਜਨ, ਹਰ ਸਜਣ ਪ੍ਰਗਟੇ ਆਏ। ਸੰਤ ਸਹਾਈ ਰਾਮ ਕੇ, ਕਰ ਕਿਰਪਾ ਕੀਆ ਮਿਲਾਏ। ਸੇਜ ਸੁਹਾਵੀ ਸਰਬ ਸੁਖ, ਹੁਣ ਦੁਖਾ ਨਾਹੀ ਜਾਏ। ਇਸ਼ ਪੁੰਨੀ ਵਡ ਭਾਗਣੀ, ਵਰ ਪਾਇਆ ਹਰ ਰਾਏ। ਮਿਲ ਸਹੀਆ ਮੰਗਲ ਗਾਵਹੀ, ਗੀਤ ਗੋਵਿੰਦ ਅਲਾਏ। ਹਰ ਜਿਹਾ ਅਵਰ ਨ ਦਿਸਈ, ਕੋਈ ਦੂਜਾ ਲਵੈ ਨ ਲਾਏ। ਹਲਤ ਪਲਤ ਸਵਾਰਿਓ, ਨਿਹਚਲ ਨਿਤਿ ਨ ਜਾਏ। ਸੰਸਾਰ ਸਾਗਰ ਤੇ ਰੱਖਿਆ, ਬਹੁੜ ਨਾ ਜਨਮੈ ਧਾਏ। ਜਿਹਵਾ ਏਕ ਅਨੇਕ ਗੁਣ, ਤਰੇ ਨਾਨਕ ਚਰਨੀ ਪਾਏ। ਫਲ ਗੁਣ ਨਿਤ ਸਲਾਹੀਐ, ਜਿਸਨੂੰ ਤਿਲ ਨਾ ਤਮਾਏ। ਜਿਹਵਾ ਏਕ ਅਨੇਕ ਗੁਣ, ਤਰੇ ਨਾਨਕ ਚਰਨੀ ਪਾਏ। ਫਲ ਗੁਣ ਨਿਤ ਸਲਾਹੀਐ, ਜਿਸਨੂੰ ਤਿਲ ਨਾ ਤਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਤਸਲ, ਕਰੁਣਾ ਨਿਧਾਨ, ਦੀਨਾ ਬੰਧੂ, ਪਤਿਤ ਪਾਵਨ, ਜਗਤ ਗੁਰੂ, ਨਿਰੰਜਨੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ
ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਬੜੇ ਪ੍ਰੇਮ ਪਿਆਰ ਸਤਿਕਾਰ ਦੇ ਨਾਲ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਦੀ ਛੋਹ ਨਾਲ ਪਵਿੱਤਰ ਹੋਏ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰਦੇ ਹੋਏ ਚੱਲ ਰਹੀ ਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਗੁਰੂ ਮਹਾਰਾਜ ਦੇ ਸੋਹਣੇ ਪ੍ਰਕਾਸ਼ ਹੋਏ ਹਨ। ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰਜਸ, ਔਰ ਅੱਜ ਜੋ ਮਹੀਨਾ ਆਰੰਭ ਹੋ ਰਿਹਾ ਹੈ 12 ਮਾਹਾਂ ਵਿੱਚੋਂ ਸ਼ਬਦ ਦੀ ਵਿਚਾਰ ਸਰਵਣ ਕਰਨੀ ਹੈ। ਕੱਲ੍ਹ ਅਮਾਵਸ ਦੇ ਪੁਰਬ ਉੱਪਰ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਔਰ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰ, ਕਥਾ ਕੀਰਤਨ ਸੁਣ ਕੇ ਸੇਵਾ ਕਰਦਿਆਂ ਹੋਇਆਂ ਲਾਭ ਪ੍ਰਾਪਤ ਕੀਤੇ। ਅੱਜ ਜੋ ਬਿਕਰਮੀ ਸੰਮਤ ਹੈ ਉਸ ਦਾ ਇਹ ਆਖਰੀ ਮਹੀਨਾ ਫੱਗਣ ਦਾ ਤੇ ਸੰਗਰਾਂਦ ਦਾ ਦਿਨ ਹੈ। 12 ਮਾਹ ਦੀ ਬਾਣੀ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ 14 ਪੌੜੀਆਂ ਉਚਾਰਨ ਕੀਤੀਆਂ ਹਨ। ਪਹਿਲੀ ਪੌੜੀ ਮੰਗਲਾਚਰਨ ਰੂਪ ਹੈ। 12 ਪੌੜੀਆਂ ਵਿੱਚ 12 ਮਹੀਨਿਆਂ ਦੀ ਵਿਚਾਰ ਹੈ। ਆਖਰੀ ਜੋ 14ਵੀਂ ਪੌੜੀ ਹੈ ਉਹਦੇ ਵਿੱਚ ਇਸ ਬਾਣੀ ਦਾ ਫਲਾਦੇਸ਼ ਵਰਣਨ ਕੀਤਾ ਹੈ। ਸਾਡੇ ਜੋ ਸਿਆਣੇ ਪੁਰਸ਼ ਸੀਗੇ ਉਹਨਾਂ ਨੇ ਜਗਿਆਸੂਆਂ ਦੇ ਭਲੇ ਵਾਸਤੇ ਕੁਝ ਨਿਯਮ ਉਪਨਿਯਮ ਬਣਾਏ। ਕੋਈ ਰਾਜ ਸਮਾਜ, ਕੋਈ ਸੰਸਥਾ ਕਿਸੇ ਅਸੂਲ ਨਿਯਮ ਵਿਧਾਨ ਨਾਲ ਚੱਲਦੀ ਹੈ। ਜਿਸ ਤਰ੍ਹਾਂ ਰਾਜਸੀ ਲੋਕਾਂ ਨੇ ਕੋਈ ਆਪਣੇ ਕਾਨੂੰਨ ਵਗੈਰਾ ਬਣਾਏ ਹੈ, ਇਸ ਤਰ੍ਹਾਂ ਪਰਮਾਰਥੀ ਮਹਾਂਪੁਰਖਾਂ ਨੇ ਜਗਿਆਸੂਆਂ ਦੇ ਭਲੇ ਵਾਸਤੇ, ਲੋਕ ਪ੍ਰਲੋਕ ਦੀ ਯਾਤਰਾ ਦੀ ਸਫਲਤਾ ਵਾਸਤੇ ਕੁਝ ਅਸੂਲ ਬਣਾਏ ਹੈ। ਉਹਨਾਂ ਦੇ ਅਨੁਸਾਰ ਚੱਲਣ ਦੇ ਨਾਲ ਸਾਰਿਆਂ ਨੂੰ ਸੁੱਖ ਹੋ ਜਾਂਦਾ ਹੈ। ਜਿਸ ਤਰ੍ਹਾਂ ਕੋਈ ਦਰਿਆ ਜਾਂ ਨਹਿਰ ਹੈ, ਅਗਰ ਪਾਣੀ ਦੋ ਕੰਢਿਆਂ ਦੇ ਦਰਮਿਆਨ ਚੱਲਦਾ ਹੈ, ਸਾਫ਼ ਵੀ ਹੈ, ਸੁਖਦਾਈ ਵੀ ਹੈ। ਜਦੋਂ ਉਹ ਹੜ੍ਹ ਰੂਪ ਬਣ ਜਾਏ, ਕਲੇਸ਼ ਦਾ ਕਾਰਨ ਬਣ ਜਾਂਦਾ। ਇਸ ਤਰ੍ਹਾਂ ਮਰਜ਼ਾਦਾ ਦੇ ਵਿੱਚ ਚੱਲੀਏ ਫਿਰ ਸੁੱਖ ਹੈ। ਜਿਹੜੇ ਮਰਜ਼ਾਦਾ ਤੋੜੀ ਜਾਏ ਫਿਰ ਆਪ ਨੂੰ ਵੀ ਦੂਏ ਨੂੰ ਵੀ ਕਲੇਸ਼ ਹੋ ਜਾਂਦਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜੰਗ ਜਿੱਤਣ ਤੋਂ ਬਾਅਦ ਝਵਾਲ ਹੋ ਕੇ ਸ੍ਰੀ ਤਰਨ ਤਾਰਨ ਸਾਹਿਬ ਆਏ। ਇੱਥੇ ਮਹਾਰਾਜ ਨੇ ਦੇਗਾਂ ਕਰਾਈਆਂ, ਇਸ਼ਨਾਨ ਪਾਣੀ ਕੀਤੇ, ਸਰੋਵਰ ਦੇ ਕੰਢੇ ਬੈਠ ਕੇ ਬਹੁਤ ਸਾਰੇ ਵਰਦਾਨ ਵੀ ਦਿੱਤੇ ਇਸ ਸਰੋਵਰ ਨੂੰ। ਅਮਾਵਸ ਦੇ ਪੁਰਬ 'ਤੇ ਵੀ ਵਰ ਦਿੱਤੇ
ਉਹਨਾਂ ਬਰਾਂ ਦੁਆਰਾ ਸੰਗਤਾਂ ਅੱਜ ਵੀ ਬਖਸ਼ੀਸ਼ਾਂ ਲੈਂਦੀਆਂ ਹਨ। ਫਿਰ ਸ੍ਰੀ ਗੋਇੰਦਵਾਲ ਸਾਹਿਬ ਆਏ। ਸਭ ਤੋਂ ਪਹਿਲਾਂ ਬੌਲੀ ਸਾਹਿਬ ਗਏ, ਇੱਥੇ ਆਸਣ ਲਾਇਆ, ਆਪਣੇ ਪੰਜਾਂ ਸਾਹਿਬਜ਼ਾਦਿਆਂ ਨੂੰ ਬੁਲਾਇਆ, ਮਾਤਾਵਾਂ ਨੂੰ, ਪਰਿਵਾਰ ਨੂੰ ਹੁਕਮ ਬਖਸ਼ਿਆ ਕਿ ਬੌਲੀ ਸਾਹਿਬ ਇਸ਼ਨਾਨ ਕਰੋ। ਸਾਰੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਵੀ ਕਰੋ। ਉਸ ਤੋਂ ਉਪਰੰਤ ਇਹ ਸਾਰਾ ਕਰਨ ਤੋਂ ਫਿਰ ਆਪ ਜੀ ਨੇ ਵੀ ਇਸ਼ਨਾਨ ਕੀਤਾ। ਇਹ ਨਹੀਂ ਕਿ ਅਸੀਂ ਹੁਣ ਗੱਦੀ ਦੇ ਮਾਲਕ ਹਾਂ। ਉਹਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਤੀਰਥ ਬੌਲੀ ਸਾਹਿਬ ਦਾ ਇਸ਼ਨਾਨ ਕੀਤਾ। ਪਰਿਵਾਰ ਨੂੰ ਕਰਾਇਆ, ਸੰਗਤਾਂ ਨੂੰ ਕਰਵਾਇਆ, ਦੇਗਾਂ ਕਰਾਈਆਂ, ਦੀਵਾਨ ਸਜੇ। ਫਿਰ ਮਹਾਰਾਜ ਦੀ ਬੰਸ ਵਿੱਚੋਂ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਬਾਬਾ ਸੁੰਦਰ ਜੀ ਆਏ, ਜਿਨ੍ਹਾਂ ਦੇ ਨਾਂ ਸਿਰਲੇਖ ਹੇਠ ਰਾਮ ਕਲੀ ਸੱਦ ਦੀ ਬਾਣੀ ਹੈ। ਕਹਿ ਸੁੰਦਰ ਸੁਣੋ ਸੰਤੋ, ਰਾਮਦਾਸੈਂ ਪੈਰੀਂ ਪਾਏ ਜਿਉ। ਕਹਿਣ ਲੱਗੇ ਮਹਾਰਾਜ, ਪਹਿਲੇ ਸਤਿਗੁਰੂ ਸ਼ਾਂਤ ਰੂਪ 'ਚ ਵਰਤਦੇ ਸੀ, ਗੁਰਸਿੱਖਾਂ ਨੂੰ ਐਸਾ ਹੀ ਉਪਦੇਸ਼ ਦਿਆ ਕਰਦੇ ਸਨ। ਹੁਣ ਆਪ ਜੀ ਨੇ ਨਵੀਂ ਰੀਤੀ ਧਾਰ ਲਈ ਹੈ, ਸ਼ਸਤਰ ਘੋੜੇ, ਔਰ ਆਪ ਵੀ ਸ਼ਸਤਰ ਸਜਾਏ ਹੈ, ਸਿੰਘਾਂ ਨੇ ਵੀ। ਇਹ ਅੰਮ੍ਰਿਤਸਰ ਬੜਾ ਭਾਰੀ ਜੰਗ ਹੋਇਆ, ਕਿੰਨਾ ਬਖੇੜਾ ਵਧਿਆ। ਬੀਬੀ ਬੀਰੋ ਜੀ ਦੇ ਵਿਆਹ ਵਿੱਚ ਇਹ ਕਿਸ ਤਰ੍ਹਾਂ ਦਾ ਕਾਰਨ ਬਣ ਗਿਆ। ਘਰ ਦੀ ਵੀ ਲੁੱਟ ਖਸੁੱਟ ਹੋਈ, ਅਤੇ ਇਹਦੇ ਕਾਰਨ ਇਸ ਤਰ੍ਹਾਂ ਦਾ। ਪਾਤਸ਼ਾਹ ਕਹਿਣ ਲੱਗੇ, ਬਾਬਾ ਸੁੰਦਰ ਜੀ, ਸਾਰਾ ਕੁਛ ਕਰਤੇ ਪੁਰਖ ਦੇ ਹੁਕਮ ਵਿੱਚ ਹੁੰਦਾ ਹੈ। ਜੋ ਹੁਕਮ ਉਹਦੇ ਮੁਤਾਬਕ ਅਸੀਂ ਕਰਦੇ ਹਾਂ। ਧਰਤੀ ਦੇ ਉੱਤੇ ਇਹ ਜਿਹੜੇ ਮੁਗਲ ਸੀਗੇ, ਕਿਸੇ ਪੁੰਨ ਪ੍ਰਤਾਪ ਨੇ ਇਹਨਾਂ ਨੂੰ ਰਾਜਗੱਦੀ ਮਿਲੀ। ਇਹਨਾਂ ਨੇ ਹੁਣ ਬਹੁਤ ਅੱਤ ਚੱਕ ਲਈ ਹੈ। ਧਰਤੀ ਦੇ ਜੀਵਾਂ ਦੀ ਪੁਕਾਰ ਕਰਤੇ ਪੁਰਖ ਦੇ ਚਰਨਾਂ 'ਚ ਪਹੁੰਚੀ ਹੈ। ਇਹਨਾਂ ਦਾ ਹੰਕਾਰ ਤੋੜਨ ਲਈ, ਜ਼ੁਲਮ ਬੰਦ ਕਰਨ ਵਾਸਤੇ ਇਹ ਸੇਵਾ ਕਰਤਾਰ ਵੱਲੋਂ ਸਾਡੀ ਲੱਗੀ ਹੈ। ਸੋ ਇਸ ਵਾਸਤੇ ਰਾਜਾ ਹੈ, ਉਹਨੂੰ ਪ੍ਰਜਾ ਦੀ ਪਾਲਣਾ ਵਾਸਤੇ, ਸੇਵਾ ਵਾਸਤੇ ਸੇਵਾ ਦਿੱਤੀ ਹੈ। ਅਤੇ ਜੇ ਤਾਂ ਉਹ ਸੇਵਾਦਾਰ ਬਣੇ ਫਿਰ ਤਾਂ ਸੇਵਾ ਕਰੇਗਾ, ਅਤੇ ਜੇ ਉਹ ਕਹੇ ਵੀ ਮੈਂ ਮਾਲਕ ਹਾਂ, ਫਿਰ ਸੇਵਾ ਵਾਲੀ ਤਾਂ ਭਾਵਨਾ ਹੀ ਖਤਮ ਹੋ ਜਾਂਦੀ ਹੈ। ਪ੍ਰਜਾ ਦੁਖੀ ਵੇ ਆਵਾਜ਼ ਉਠਾਉਂਦੀ ਹੈ, ਉਹ ਜ਼ੋਰ ਜ਼ੁਲਮ ਧੱਕਾ ਵੀ ਕਰਦਾ ਹੈ। ਉਹਦੇ ਕਰਿੰਦੇ ਵੀ ਫਿਰ ਉਸੇ ਤਰ੍ਹਾਂ ਤੁਰ ਪੈਂਦੇ ਹਨ। ਸੋ ਮਹਾਰਾਜ ਕਹਿੰਦੇ, ਸੁੰਦਰ ਜੀ, ਉਹਦੇ ਹੁਕਮ ਵਿੱਚ ਹੀ ਹੈ, ਭਾਣੇ ਵਿੱਚ ਹੈ। ਸੋ ਇਸ ਪ੍ਰਕਾਰ ਸਮੇਂ ਸਮੇਂ ਦੇ ਨਾਲ ਜਿਸ ਤਰ੍ਹਾਂ ਲੋੜ ਪੈਂਦੀ ਹੈ, ਗੁਰੂ ਮਹਾਰਾਜ ਜੀਵਾਂ ਦੀ ਕਲਿਆਣ ਲਈ ਉਹ ਮਰਜ਼ਾਦਾ ਥਾਪਦੇ ਆ। ਅੰਮ੍ਰਿਤ ਵੇਲੇ ਦਾ ਉੱਠਣਾ, ਜਾਗਣਾ, ਕਿਰਿਆ ਇਸ਼ਨਾਨ ਕਰਨਾ, ਨਿਤਨੇਮ ਕਰਨਾ, ਧਰਮ ਸਥਾਨਾਂ ਦੀ ਯਾਤਰਾ, ਕਥਾ ਕੀਰਤਨ ਵਿੱਚ ਹਾਜ਼ਰੀ ਭਰਨੀ, ਸਵੇਰੇ ਸ਼ਾਮ। ਬਾਕੀ ਵੀ ਜਿਹੜੇ ਅਸੂਲ ਹੈ, ਰੋਜ਼ ਤੁਸੀਂ ਕਥਾ ਪ੍ਰਸੰਗ ਸੁਣਦੇ ਆ,
ਉਹੀ ਗੱਲਾਂ ਹੁੰਦੀਆਂ ਜਿਨ੍ਹਾਂ ਨੂੰ ਫੇਰ ਦੁਹਰਾਇਆ ਜਾਂਦਾ ਹੈ। ਉਹਦੇ ਮੁਤਾਬਕ ਚੱਲਣਾ ਚਲਾਉਣਾ। ਸੋ ਇਸੇ ਤਰ੍ਹਾਂ ਮਹੀਨੇ ਹੈਗੇ ਆ, ਦਿਨ ਹਨ, ਵਾਰ ਹਨ, ਔਰ ਰੁੱਤਾਂ ਵਗੈਰਾ। ਉਹ 35 ਅੱਖਰੀ ਹੈ। ਇਹ ਮਹਾਰਾਜ ਨੇ 52 ਅੱਖਰੀ ਵਗੈਰਾ ਵੀ ਸਾਰਾ ਕੁਝ ਹੀ ਲਿਖਿਆ ਹੋਇਆ। ਮਹੀਨਿਆਂ ਬਾਰੇ ਵੀ ਲਿਖਿਆ ਹੈ, ਦਿਨਾਂ ਬਾਰੇ ਵੀ, 15 ਥਿੱਤਾਂ ਬਾਰੇ ਵੀ ਲਿਖਿਆ ਹੋਇਆ। ਇਸ ਤਰ੍ਹਾਂ ਸਾਰਾ ਕੁਝ ਹੀ ਇਹ ਨਿਯਮ ਬਣਾਇਆ। ਵੱਡੇ ਲੋਕ ਜਿਹੜੇ ਹੁੰਦੇ ਸਿਆਣੇ, ਇਸ ਤਰ੍ਹਾਂ ਸਿਆਣਾ ਡਾਕਟਰ ਮਰੀਜ਼ ਦੇਖ ਕੇ ਦਵਾਈ ਦਿੰਦਾ ਹੈ, ਬਿਮਾਰੀ ਨੂੰ ਪਕੜਦਾ, ਫਿਰ ਦਵਾਈ ਪੱਥ ਵੀ ਉਸੇ ਤਰ੍ਹਾਂ ਦੇ ਉਹ ਦੱਸਦਾ ਹੈ। ਇਸ ਤਰ੍ਹਾਂ ਮਹਾਂਪੁਰਖਾਂ ਦੇ ਕੋਲ ਸਾਰੀ ਤਰ੍ਹਾਂ ਦੇ ਜਗਿਆਸੂ ਹੁੰਦੇ ਆ। ਸਾਰਿਆਂ ਵਾਸਤੇ ਇੱਕੋ ਹੀ ਉਪਦੇਸ਼ ਨਹੀਂ ਹੁੰਦਾ। ਜਿਹੋ ਜਿਹਾ ਜਗਿਆਸੂ ਹੈ, ਵਿਦਿਆਰਥੀ ਹੈ, ਉਹਦੇ ਮੁਤਾਬਕ ਹੀ ਸਿੱਖਿਆ ਹੁੰਦੀ ਹੈ। ਕਈ ਤਾਂ ਹੁਣ ਬੜੇ ਗੁਰਮੁਖ ਪਿਆਰੇ ਸਤਸੰਗੀ ਹੈ, ਉਹ ਸਾਰਾ ਕੁਝ ਸਮਝਦੇ ਹੈ। ਉਹਨਾਂ ਵਾਸਤੇ ਮਹਾਰਾਜ ਗਿਆਨ ਧਿਆਨ ਦਾ ਉਪਦੇਸ਼ ਹੈਗਾ। ਕਈ ਜਿਹੜੇ ਹਾਲੇ ਕੋਈ ਸ਼ੁਭ ਕਰਮ ਕਰਦੇ ਹੀ ਨਹੀਂ, ਉਹਨਾਂ ਦਾ ਵੀ ਭਲਾ ਕਰਨਾ, ਉਹਨਾਂ ਨੂੰ ਫਿਰ ਇਹ ਸੇਵਾ ਵਾਲਾ ਕਰਮ ਵਾਲਾ ਪੱਖ ਜਿਹੜਾ ਕਰਵਾਇਆ ਜਾਂਦਾ ਹੈ। ਅਤੇ ਆਮ ਬੰਦਾ ਲਾਲਚ ਲਈ ਸੇਵਾ ਕਰਦਾ, ਮੇਰਾ ਦੁੱਖ ਟੁੱਟ ਜਾਏ, ਗਰੀਬੀ ਦੂਰ ਹੋ ਜਾਏ, ਦੁੱਧ ਪੁੱਤ ਮਿਲ ਜਾਏ, ਹੋਰ ਬੜੀਆਂ ਇਨਸਾਨ ਦੀਆਂ ਇੱਛਾਵਾਂ ਹੁੰਦੀਆਂ। ਜਿਹੜੇ ਨਹੀਂ ਕਰਦੇ ਉਹਨਾਂ ਨੂੰ ਉਹ ਚੰਗਾ ਹੀ ਹੈ। ਭਾਵੇਂ ਕਿਸੇ ਇੱਛਾ ਨੂੰ ਰੱਖ ਕੇ ਕਰਦਾ, ਫਿਰ ਵੀ ਚੰਗੇ ਪਾਸੇ ਤੁਰਿਆ ਤੇ ਹੈ ਨਾ। ਇਸੇ ਤਰ੍ਹਾਂ ਫਿਰ ਕਈਆਂ ਦੇ ਮਨ ਬੜੇ ਚੰਚਲ ਆ, ਵਿਕਾਰੀ ਹੈ। ਉਹਨਾਂ ਦੇ ਮਨ ਨੂੰ ਇਕਾਗਰ ਕਰਨ ਵਾਸਤੇ ਫਿਰ ਇਸੇ ਤਰ੍ਹਾਂ ਦਾ ਇਹ ਉਪਾਸ਼ਨਾ ਕਾਂਡ ਹੈ, ਜਿਹਦੇ ਜਪ ਤਪ ਪੂਜਾ ਪਾਠ ਵਗੈਰਾ ਸਾਰਾ ਕੁਝ ਹੁੰਦਾ। ਹੁਣ ਕਈਆਂ ਦਾ ਮਨ ਟਿਕਾ ਵਿੱਚ ਤੇ ਹੈ, ਪਰ ਹਾਲੇ ਆਤਮਾ ਦਾ ਪ੍ਰਕਾਸ਼ ਇਹਦਾ ਅਨੁਭਵ ਨਹੀਂ। ਉਹਨਾਂ ਵਾਸਤੇ ਫਿਰ ਗਿਆਨ ਵਿਚਾਰ ਹੈਗੀ ਹੈ। ਸੋ ਇਸ ਤਰ੍ਹਾਂ ਜਗਿਆਸੂ ਵਾਸਤੇ ਉਸੇ ਤਰ੍ਹਾਂ ਦਾ ਇਹ ਉਪਦੇਸ਼ ਹੈ। ਹੁਣ ਸਕੂਲ ਜਾਂ ਪਾਠਸ਼ਾਲਾ 'ਚ ਬੱਚਾ ਜਾਂਦਾ ਹੈ, ਜਾਂਦਿਆਂ ਹੀ ਤਾਂ PhD ਕਿਤਾਬ ਨਹੀਂ ਨਾ ਪਕੜਾਈ ਜਾਂਦੀ। ਪਹਿਲਾਂ ਕਾ ਖਾ ਊੜਾ ਐੜਾ ABC ਅਲਫ ਬੇ ਪੇ ਤੇ ਇਹ ਸਿਆਰਫੀਆਂ ਪੜ੍ਹਾਈਆਂ ਜਾਂਦੀਆਂ ਨੇ। ਇਹਨਾਂ ਅੱਖਰਾਂ ਦੇ ਜੋੜ ਤੋੜ ਤੋਂ ਹੀ PhD ਤਾਈਂ ਪਹੁੰਚਣਾ। ਅੱਖਰ ਇਹ ਜਾਣੇ ਆ ਧੁਰ ਤੱਕ ਸਮਾਂ ਲਾਉਣਾ ਪੈਂਦਾ ਹੈ। ਫਿਰ ਇਨਸਾਨ ਨੂੰ ਕੋਈ ਮੁਕੰਮਲ ਮੰਜ਼ਿਲ ਮਿਲਦੀ, ਮਕਾਮ ਮਿਲਦਾ। ਦੁਨਿਆਵੀ ਤੌਰ 'ਤੇ ਵੀ ਇਸੇ ਤਰ੍ਹਾਂ ਪਰਮਾਰਥੀ ਤੌਰ 'ਤੇ ਵੀ ਹੈ। ਕਾਹਲੀ ਔਰ ਜਲਦਬਾਜ਼ੀ ਨਾਲ ਤਾਂ ਹੈ ਨਹੀਂ ਕਿ ਮੈਂ ਛੇਤੀ ਇੱਕਦਮ ਹੀ PhD ਕਰ ਲਾਂ। ਖਰਚਾ ਵੀ ਹੈ, ਸਮਾਂ ਵੀ ਹੈ, ਮਿਹਨਤ ਵੀ ਹੈ, ਗੁਰੂ ਉਸਤਾਦ ਦੀ ਪੜ੍ਹਾਈ ਹੋਈ ਵਿਦਿਆ ਦਾ ਅਭਿਆਸ ਵੀ ਹੈ, ਇਮਤਿਹਾਨ ਵੀ ਹੈ। ਫਿਰ ਇਹ ਕੁਝ ਪ੍ਰਾਪਤੀ ਹੁੰਦੀ ਹੈ, ਪ੍ਰਮਾਣ ਪੱਤਰ ਸਿੱਧਾ ਨਹੀਂ ਮਿਲਦਾ। ਇਸੇ ਤਰ੍ਹਾਂ ਗੁਰੂ ਘਰ ਵਿੱਚ ਵੀ ਹੈ, ਪੜ੍ਹਾਈ ਇਸੇ ਨਿਯਮ ਵਿੱਚ ਹੀ ਚੱਲਦੀ ਹੈ। ਹੁਣ ਬਹੁਤੇ ਸਤਸੰਗੀ ਤੇ ਰੋਜ਼ਾਨਾ ਹੀ ਸਤਸੰਗ ਕਰਦੇ, ਉਹਨਾਂ ਨੂੰ ਰਸ ਪੈ ਗਿਆ। ਕਈ ਐਸੇ ਉਹਨਾਂ ਨੂੰ ਹਾਲੇ ਰਸ ਨਹੀਂ, ਕਈ ਤਾਂ ਰਸਾਂ ਵਿੱਚ ਹੀ ਲੱਗੇ ਆ। ਉਹ ਰਸ ਨੂੰ ਰਸ ਸਮਝ ਕੇ ਜੀਵਨ ਬਰਬਾਦ ਕਰ ਰਹੇ ਹਨ।
ਕਈ ਇੱਕ ਰਸ ਭੋਗ ਭੋਗ ਕੇ ਅਪਰਾਮ ਹੋ ਗਿਆ, ਵੀ ਕੁਝ ਵੀ ਨਹੀਂ ਨਿਕਲਿਆ। ਐਵੇਂ ਘਟਾ ਹੀ ਛਾਣਦੇ ਰਹੇ, ਇਹਨਾਂ 'ਚੋਂ ਕੁਛ ਵੀ ਨਹੀਂ ਮਿਲਿਆ। ਫਿਰ ਉਹ ਕੋਈ ਰਸ ਵਾਲਾ ਪਾਸਾ ਲੱਝਦੇ ਆ, ਉਹ ਫਿਰ ਕਿਸੇ ਨਾ ਕਿਸੇ ਮਹਾਤਮਾ ਕੋਲ ਜਾਂਦੇ ਆ, ਸਿਆਣੇ ਪੁਰਸ਼ ਕੋਲ ਜਾਂਦੇ ਆ। ਉਹ ਫਿਰ ਉਹਨਾਂ ਨੂੰ ਕਹਿੰਦੇ ਵੀ ਹੁਣ ਇਹਨਾਂ ਨੂੰ ਸਤਸੰਗ ਵੱਲ ਆਈਏ, ਤੁਸੀਂ ਭਈ ਸੱਚੇ ਪੁਰਸ਼ਾਂ ਦੀ ਸੰਗਤ ਵਿੱਚ ਆਇਆ ਕਰੋ। ਸਤੀ ਪੈਰੀ ਸਤ ਭਲਾ ਬਹੀਐ ਪੜ੍ਹਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਘਟੇ ਰਾਸ। 8 ਪੈਰ ਆ, 7 ਪੈਰ ਤੁਸੀਂ ਰੱਖ ਲਓ ਆਪਣੇ ਕਰਮ ਕਿਰਿਆ ਲਈ, 1 ਪੈਰ ਸੰਗਤ ਵਿੱਚ ਲਾਓ। ਜਿਸ ਤਰ੍ਹਾਂ ਬੇੜੀ ਦੇ 3 ਹਿੱਸੇ ਪਾਣੀ 'ਚ ਡੁੱਬੇ ਹੁੰਦੇ ਹਨ, ਇੱਕ ਚੱਪਾ ਬਾਹਰ ਹੁੰਦੀ ਹੈ, ਕਿੰਨੇ ਪੂਰਾਂ ਦੇ ਪੂਰ ਪਾਰ ਲੈ ਜਾਂਦੀ ਹੈ। ਇਸ ਤਰ੍ਹਾਂ 8 ਪੈਰਾਂ 'ਚ 1 ਪੈਰ ਸਤਸੰਗਤ ਵਿੱਚ ਲਾਇਆ ਜਾਏ, ਇਨਸਾਨ ਨੂੰ ਬਹੁਤ ਸਾਰੀ ਵਿਚਾਰ ਵਿਵੇਕ ਬੁੱਧੀ ਮਿਲ ਜਾਂਦੀ ਹੈ, ਜਿਹਦੇ ਨਾਲ ਇਹਨੂੰ ਫਿਰ ਕੋਈ ਦਿਸ਼ਾ ਮਿਲਣੀ ਸ਼ੁਰੂ ਹੋ ਜਾਂਦੀ ਹੈ। ਉਹ ਫਿਰ ਇਹਨੂੰ ਸਤਸੰਗਤ ਵਿੱਚ ਲਾਉਂਦੇ ਆ। ਇਨਸਾਨ ਕੋਲ ਬਹਾਨੇਬਾਜ਼ੀ ਬਹੁਤ ਹੈ। ਸਕੂਲਾਂ 'ਚ ਵਿਦਿਆਰਥੀ ਜਾਂਦੇ, ਜਦੋਂ ਚਿੱਤ ਨਾ ਕਰੇ ਬਹਾਨਾ ਬਣਾ ਲੈਂਦੇ ਨੇ, ਮੇਰਾ ਜੀ ਢਿੱਡ ਦੁਖਦਾ ਜੀ, ਅੱਜ ਵਿਆਹ ਸ਼ਾਦੀ ਹੈ, ਮੇਰੇ ਘਰ ਦਾ ਕੋਈ ਬਿਮਾਰ ਆ। ਇਹ ਇਨਸਾਨ ਬਹਾਨੇ ਬਹੁਤ ਬਣਾਉਂਦਾ ਹੈ। ਮਹਾਰਾਜ ਗ੍ਰਸਤੀਆਂ ਵੇਲੇ ਹੀ ਨਹੀਂ ਮਿਲਦਾ ਜੀ, ਰੋਜ਼ ਸੰਗਤ ਕਿੱਥੇ ਕਰੀਦਾ, ਤੁਹਾਡਾ ਸਾਧੂ ਸੰਤਾਂ ਦਾ ਕੰਮ ਹੈ, ਤੁਸੀਂ ਵਿਹਲੇ ਆ, ਇਸ ਤਰ੍ਹਾਂ ਦੀਆਂ ਫਿਰ ਉਹ ਕਰੇਗਾ। ਉਹ ਸੰਤ ਵੀ ਬੜੇ ਸਿਆਣੇ ਹੁੰਦੇ ਆ, ਉਹ ਫਿਰ ਢੰਗ ਦੇ ਨਾਲ ਕਰਦੇ ਆ। ਚੰਗਾ ਵੀ ਕੋਈ ਗੱਲ ਨਹੀਂ, ਚਾਹੀਦਾ ਤੇ ਰੋਜ਼ਾਨਾ ਸੰਗਤ ਕਰਨੀ, 2 ਵੇਲੇ ਨਹੀਂ ਤੇ 1 ਵੇਲੇ ਹੀ ਕਰਿਆ ਕਰ। 1 ਵੇਲੇ ਰੋਜ਼ ਨਹੀਂ ਕਰ ਸਕਦਾ, ਤੂੰ ਮਹੀਨੇ ਵਿੱਚ 4 ਦਿਨ ਆਇਆ ਕਰ। ਸੰਗਰਾਂਦ ਵਾਲੇ ਦਿਨ ਹੀ ਆ ਜਾ ਕਰ, ਮੱਸਿਆ ਵਾਲੇ ਦਿਨ ਆ ਜਾ ਕਰ, ਪੁੰਨਿਆ ਵਾਲੇ ਦਿਨ ਆ ਜਾ ਕਰ, ਅਕਾਦਸ਼ੀ ਵਾਲੇ ਦਿਨ ਆ ਜਾ ਕਰ। ਉਹ ਜਿਹੜੇ ਹੁਣ ਮਹੀਨੇ 4 ਦਿਨ ਸੰਗਤ 'ਚ ਆਏਗਾ, ਹੁਣ ਜਦੋਂ ਬੰਦਾ ਘਰੋਂ ਤੁਰਦਾ ਸੰਗਤ 'ਚ ਆਉਣ ਨਾਲ ਉਹਨੂੰ 7 ਲਾਭ ਹੋ ਜਾਂਦੇ ਆ। ਇੱਕ ਤਾਂ ਫੁਰਨਾ ਬਣ ਗਿਆ ਮਨ 'ਚ, ਲਓ ਵੀ ਅੱਜ ਬੇਰ ਸਾਹਿਬ ਜਾਣਾ ਹੈ, ਮਨ ਦੇ 'ਚ ਪਵਿੱਤਰਤਾ ਵਾਲਾ ਭਾਵ ਪੈਦਾ ਹੋਇਆ ਨਾ। ਅਤੇ ਜੇ ਹੁਣ ਸਿਨੇਮੇ ਦਾ ਫੁਰਨਾ ਹੋਇਆ ਤਾਂ ਗੰਦੀ ਫਿਲਮ ਮੂਹਰੇ ਘੁੰਮਣ ਲੱਗ ਜਾਏਗੀ, ਮਨ ਮਾੜੇ ਪਾਸੇ ਜਾਏਗਾ ਨਾ। ਅਤੇ ਜੇ ਇੱਧਰ ਦਾ ਭਾਵ ਹੋਇਆ ਫਿਰ ਅੱਖਾਂ ਵੀ ਪਵਿੱਤਰ ਹੁੰਦੀਆਂ, ਮਹਾਰਾਜ ਦੇ ਦਰਸ਼ਨ, ਸੰਗਤ ਦੇ ਦਰਸ਼ਨ, ਮਹਾਂਪੁਰਖਾਂ ਦੇ ਦਰਸ਼ਨ, ਗੁਰੂ ਕੇ ਨਿਸ਼ਾਨਾਂ ਧਾਮਾਂ ਦੇ ਦਰਸ਼ਨ। ਜਦੋਂ ਬਾਣੀ ਕੰਨਾਂ 'ਚ ਪਊਗੀ, ਕੰਨ ਵੀ ਪਵਿੱਤਰ ਹੁੰਦੇ ਆ। ਜਦੋਂ ਘਰੋਂ ਤੁਰੂਗਾ ਮਹਾਰਾਜ ਵੱਲ, ਕੁਦਰਤੀ ਰਸਨਾ ਤੋਂ ਨਾ ਕੋਈ ਸ਼ਬਦ ਜ਼ਰੂਰ ਜਪਣ ਲੱਗ ਜਾਊਗਾ, ਇਹ ਵੀ ਪਵਿੱਤਰ ਹੋਏਗੀ। ਹੱਥਾਂ 'ਚ ਕੋਈ ਨਾ ਕੋਈ ਭੇਟਾ ਭੂਟਾ ਵੀ ਫੜੀ ਉਹ ਹੋਏਗੀ, ਹੱਥ ਵੀ ਪਵਿੱਤਰ ਹੋ ਗਿਆ ਨਾ। ਅਤੇ ਜਦੋਂ ਚਰਨਾਂ ਨਾਲ ਤੁਰ ਕੇ ਆਏਗਾ, ਚਰਨ ਸਫਲ ਪ੍ਰਦਖਣਾ ਕਰਕੇ ਇਹ ਵੀ ਪਵਿੱਤਰ ਹੋ ਜਾਣਗੇ। ਅਤੇ ਜਦੋਂ ਫਿਰ ਆ ਕੇ ਮਹਾਰਾਜ ਦੇ ਹਜ਼ੂਰੀ ਝੁਕੇਗਾ ਅਤੇ ਮਸਤਕ ਵੀ ਪਵਿੱਤਰ ਹੋ ਜਾਏਗਾ। ਸਫਲ ਮਸਤਕ ਨਮਸਕਾਰਸ, ਜਿਹੜੇ ਮੱਥਾ ਟੇਕਾਂਗੇ ਵੀ ਪਵਿੱਤਰ ਹੋਊ ਨਾ। ਅਤੇ ਜਦੋਂ ਝੁਕੇਗਾ ਅੰਦਰੋਂ ਹੰਕਾਰ ਵੀ ਨੀਵਾਂ ਹੋਊਗਾ, ਨਿਮਰਤਾ ਆਏਗੀ, ਔਰ ਮੱਥੇ ਦੀਆਂ ਪੁੱਠੀਆਂ ਰੇਖਾ ਸਿੱਧੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ। ਹਾਲੇ ਕੀਤਾ ਤਾਂ ਕੁਝ ਵੀ ਨਹੀਂ, ਇੰਨੇ ਲਾਭ ਹੋ ਗਿਆ ਕਿ ਨਹੀਂ। ਅਤੇ ਜਦੋਂ ਸੰਗਤ 'ਚ ਬੈਠੇਗਾ, ਇੰਦਰੀਆਂ ਸੁਕੋਚ ਕੇ
ਔਰ ਗਿਆਨ ਵਿਚਾਰ ਦੀ ਗੱਲ ਸੁਣੇਗਾ, ਮਨ 'ਚ ਟਿਕਾਓ, ਬੁੱਧੀ ਦੇ ਅੰਦਰ ਸਰੇਸ਼ਟ ਨਿਸ਼ਚਾ ਪੈਦਾ ਹੋ ਜਾਏਗਾ, ਵਿਸ਼ਵਾਸ, ਦ੍ਰਿੜਤਾ, ਭਰੋਸਾ। ਕਿੰਨੇ ਲਾਭ ਹੋ ਗਏ। ਇਹ ਘਰ ਬੈਠਿਆਂ ਤਾਂ ਮਿਲਣਗੇ ਨਹੀਂ। ਭਜਨ ਕੀਤਾ, ਕਥਾ ਕੀਰਤਨ ਸੁਣਿਆ, ਅਰਦਾਸ ਹੋਈ, ਅਰਦਾਸ ਵਿੱਚ ਸਰਬੱਤ ਦੇ ਭਲੇ ਦੀ ਅਸੀਂ ਵੀ ਵਿੱਚੇ ਖੜ੍ਹੇ ਹਾਂ। ਸਾਡੇ ਵੀ ਗੁਨਾਹ ਬਖਸ਼ ਹੋਣਗੇ, ਮਹਾਰਾਜ ਸਾਡੇ ਦੇ ਵੀ ਆਸ਼ੀਰਵਾਦ ਦ੍ਰਿਸ਼ਟੀ ਕਰਨਗੇ। ਫਿਰ ਮਹਾਰਾਜ ਦਾ ਬਾਕ, ਫਿਰ ਗੁਰੂ ਮਹਾਰਾਜ ਦਾ ਸੀਤਲ ਪ੍ਰਸ਼ਾਦ ਵੀ ਮਿਲੇਗਾ। ਕਿੰਨੇ ਲਾਭ ਹੋਏ ਗੁਰੂ ਘਰ ਆਉਣ ਨਾਲ। ਹੁਣ ਭਾਵੇਂ ਅੱਜ ਕੱਲ੍ਹ ਨੈੱਟਾਂ 'ਤੇ ਜਾਂ ਟੈਲੀਵਿਜ਼ਨਾਂ 'ਤੇ ਘਰ ਬੈਠੇ ਕੀਰਤਨ ਕਥਾ ਸੁਣਦੇ ਹਾਂ, ਚੰਗਾ ਕੰਮ ਆ, ਪਰ ਜਿੰਨੇ ਲਾਭ ਗਿਣੇ ਆ ਘਰ ਬੈਠਿਆਂ ਤਾਂ ਨਹੀਂ ਹੋਣਗੇ। ਇਹ ਸੰਗਤ ਵਿੱਚ ਆਉਣੇ ਨੇ ਹੋਣਗੇ। ਇਸ ਕਰਕੇ ਸੰਗਤ ਵਿੱਚ ਆਉਣਾ ਬੜਾ ਜ਼ਰੂਰੀ ਹੈ। ਹੁਣ ਘਰ ਬੈਠਿਆਂ ਕੜਾਹ ਪ੍ਰਸ਼ਾਦ ਤਾਂ ਮਿਲੇਗਾ ਨਹੀਂ, ਦਰਸ਼ਨ ਮੇਲੇ ਨਹੀਂ ਹੋਣਗੇ। ਇਹ ਸਾਰਾ ਸਮਝ ਲਓ। ਇਸੇ ਤਰ੍ਹਾਂ ਹੀ ਇਸ ਵਾਸਤੇ ਹੁਣ ਕਈਆਂ ਦਾ ਹੁੰਦਾ, ਲਓ ਜੀ ਸਗਰਾਂਦ ਮਨਾਉਣੀ, ਮੱਸਿਆ ਪੁੰਨਿਆ, ਐਵੇਂ ਹੀ ਬਣਾਇਆ। ਐਵੇਂ ਨਹੀਂ ਬਣਾਇਆ, ਸਾਰਾ ਠੀਕ ਹੀ ਬਣਾਇਆ ਹੋਇਆ। ਜਿਹਨੇ ਬਣਾਇਆ ਉਹ ਬਹੁਤ ਸਾਡੇ ਨੂੰ ਸਿਆਣੇ ਸੀ। ਪਰ ਅੱਜ ਕੱਲ੍ਹ ਕਈਆਂ ਦਾ ਕੰਮ ਆ ਹਰ ਗੱਲ ਦਾ ਖੰਡਨ ਹੀ ਕਰੀ ਜਾਣਾ। ਉਹਦੇ ਪਿੱਛੇ ਬੜੀ ਵਿਚਾਰਧਾਰਾ ਹੈ। ਅਤੇ ਜੇ ਐਵੇਂ ਹੁੰਦਾ ਤਾਂ ਫਿਰ 12 ਮਹਾਂ ਲਿਖ ਕਿਉਂ ਦਿੱਤਾ ਮਹਾਰਾਜ ਨੇ। 15 ਥਿੱਤਾਂ ਬਾਰੇ ਵੀ ਲਿਖਿਆ, 7 12 ਬਾਰੇ ਵੀ ਲਿਖਿਆ, ਦਿਨ ਰਹਿਣ ਨਾਂ ਦੀ ਬਾਣੀ ਵੀ ਹੈਗੀ ਹੈ। ਫਿਰ ਮਹਾਰਾਜ ਨੂੰ ਕੀ ਲੋੜ ਸੀ ਐਡੀ ਕਰਨ ਦੀ। ਕਈ ਬਸ ਜੀ ਭਜਨ ਹੀ ਕਰਨਾ ਚਾਹੀਦਾ। ਮੈਂ ਕਿਹਾ ਵੀ ਹੈ ਤੇ ਭਜਨ ਵੀ ਠੀਕ ਆ, ਅਤੇ ਜੇ ਇਕੱਲਾ ਕਿਸੇ ਅੱਖਰ ਦਾ ਜਾਪ ਕਰਨਾ ਸੀ ਅਤੇ ਫਿਰ ਮਹਾਰਾਜ ਨੂੰ ਐਡਾ ਵੱਡਾ ਗੁਰੂ ਗ੍ਰੰਥ ਸਾਹਿਬ ਵੀ ਬਣਾਉਣ ਦੀ ਲੋੜ ਨਾ ਸੀ। ਫਿਰ ਤਾਂ ਕਹੀ ਜਾਂਦੇ ਵੀ ਸਤਿਨਾਮ ਸਤਿਨਾਮ ਜਪੀ ਜਾਇਆ ਕਰੋ। ਇਹਦੀ ਵੀ ਲੋੜ ਹੈਗੀ ਆ, ਬਾਣੀ ਦੀ ਵੀ ਲੋੜ ਆ। ਜਿੰਨਾ ਚਿਰ ਬਾਣੀ ਦਾ ਕੀਰਤਨ, ਬਾਣੀ ਦੀ ਵਿਚਾਰ ਨਹੀਂ ਸੁਣਦੇ ਅਤੇ ਸਿਮਰਨ ਵਿੱਚ ਪਰਪੱਕਤਾ ਆਉਣੀ ਹੀ ਨਹੀਂ। ਇਹ ਬਾਣੀ ਦਾ ਪ੍ਰਤਾਪ ਹੈ। ਉਹ ਫਿਰ ਜਿਹੜੇ ਇੱਕ ਪਕਸ਼ ਵਾਲੇ ਲੋਕ ਇੱਕ ਪੱਖ ਗੱਲ ਕਰਦੇ, ਦੂਜੀ ਤਿਆਗ ਦਿੰਦੇ ਆ। ਇੰਜਣ ਜਿਹੜਾ ਸਾਰੇ ਪੁਰਜਿਆਂ ਨਾਲ ਹੀ ਕੰਮ ਕਰਦਾ ਹੁੰਦਾ। ਹੁਣ ਸਾਈਕਲ ਆ, ਉਹਦੇ 'ਚ ਬਾਲ ਇੱਕ ਛੋਟਾ ਜਿਹਾ ਹੁੰਦਾ ਨਾ ਰਬੜ ਦਾ, ਉਹਨਾਂ ਨਾ ਹੋਵੇ ਸਾਰਾ ਸਾਈਕਲ ਹੀ ਨਿਕੰਮਾ। ਕਿੱਥੇ ਉਹ 2.5-3 ਕੁਇੰਟਲ ਚੁੱਕ ਕੇ ਲੈ ਜਾਂਦਾ, ਕਿੱਥੇ ਸਾਈਕਲ ਆਪ ਨੂੰ ਚੱਕਣਾ ਪੈਣਾ। ਲੋੜ ਆ ਨਾ। ਇਸੇ ਤਰ੍ਹਾਂ ਜਿਹੜਾ ਧਰਮ ਦਾ ਮਾਰਗ ਆ, ਉਹਦੇ ਅੰਦਰ ਹਰ ਚੀਜ਼ ਦਾ ਆਪਣਾ ਸਥਾਨ ਹੈ। ਹਾਂਜੀ, ਉਹਨਾਂ ਕੜੀਆਂ ਦੁਆਰਾ ਮਰਜ਼ਾਦਾ ਪੂਰੀ ਹੁੰਦੀ ਹੈ। ਪਰ ਇਹ ਜਿਹੜੇ ਲੋਕ ਆ, ਨਾ ਤਾਂ ਕਿਸੇ ਸਾਧੂ ਸੰਗਤ ਦੀ ਸੰਗਤ ਕਰਨੀ ਹੈ, ਨਾ ਕੋਈ ਕਿਸੇ ਸੰਪਰਦਾਈ ਮਹਾਂਪੁਰਖ ਤੋਂ ਗ੍ਰੰਥਾਂ ਦੀ ਵਿਚਾਰ ਪੜ੍ਹਨੀ ਸੁਣਨੀ ਵਿਚਾਰਨੀ ਹੈ। ਵਾਹ ਆਪਣੇ ਆਪ ਕਿਤਾਬਾਂ ਪੜ੍ਹ ਕੇ ਪੁੱਠੀਆਂ ਸਿੱਧੀਆਂ ਗੱਲਾਂ ਕਰੀ ਜਾਂਦੇ ਆ। ਸੋ ਇਸ ਵਾਸਤੇ ਹੁਣ 2-12 ਮਾਹ ਗੁਰੂ ਗ੍ਰੰਥ ਸਾਹਿਬ ਵਿੱਚ ਕਿਰਪਾ ਕੀਤੀ ਹੈ। ਤੁਖਾਰੀ ਰਾਗ, ਮਾਝ ਰਾਗ। ਹੁਣ ਤੁਸੀਂ ਪੌੜੀ ਸੁਣੀ ਹੈ ਮਾਝ ਰਾਗ ਵਿੱਚੋਂ। ਇਹ ਮਹੀਨਾ 12 ਮਹੀਨਿਆਂ ਦੀ ਵਿਚਾਰਧਾਰਾ ਹੈ। ਇਹ ਮਹੀਨਾ ਕਿਵੇਂ ਸੁੱਖ ਦਾ ਬੀਤੇਗਾ, ਜਿਹੜੀ ਵਿਚਾਰ ਦਿੱਤੀ ਜੇ ਉਹਦੇ ਅਨੁਕੂਲ ਆਪਾਂ ਚੱਲਾਂਗੇ। ਸੁੱਖ ਸਾਰੇ ਚਾਹੁੰਦੇ, ਸੁੱਖ ਦੀ ਪ੍ਰਾਪਤੀ ਦਾ ਕੋਈ ਰਾਹ ਤਾਂ ਚੁਣਨਾ ਹੀ ਪਏਗਾ ਨਾ। ਜੇ ਹੁਣ ਆਪਾਂ ਕਰਮ ਦੁੱਖ ਦੇਣ ਵਾਲੇ ਕਰਦੇ ਹਾਂ, ਸੁੱਖ ਕਿੱਥੋਂ ਭਾਲ ਲਾਂਗੇ। ਸੁੱਖ ਭਾਲਾਂਗੇ। ਹੁਣ ਆ ਬਹੁਤ ਲੋਕ ਜਾ ਕੇ ਉੱਥੇ ਆ ਬਾਰਡਰਾਂ 'ਤੇ ਬੈਠੇ ਬੂਠੇ ਆ, ਲੀਡਰ ਭਾਵੇਂ ਦਮਗੱਜੇ ਤਾਂ ਮਾਰੀ ਜਾਂਦੇ ਆ, ਪਰ ਰਾਤ ਨੂੰ ਬੜਾ ਕੇ ਉੱਠਦੇ ਹੋਣੇ ਆ। ਕਿਸੇ ਨੂੰ ਸੂਲੀ ਟੰਗ ਕੇ ਆਪਣੇ ਮਨ ਨੂੰ ਸ਼ਾਂਤੀ ਹੁੰਦੀ ਹੈ।
ਇਹ ਠੀਕ ਹੈ, ਹਉਮੈ ਹੰਕਾਰ 'ਚ ਗੱਲਾਂ ਤਾਂ ਕਰੀ ਜਾਂਦੇ ਆ, ਹੋਣਗੇ ਉਹ ਵੀ ਬਹੁਤ ਬੇਚੈਨ, ਪੁੱਛ ਕੇ ਦੇਖ ਲਿਓ। ਸੋ ਇਸ ਵਾਸਤੇ ਸੁੱਖ ਦਾ ਬੀਜ ਬੀਜਾਂਗੇ ਸੁੱਖ ਮਿਲੇਗਾ, ਦੁੱਖ ਦਾ ਬੀਜ ਬੀਜਾਂਗੇ ਦੁੱਖ ਮਿਲੇਗਾ। ਪਾਪ ਦਾ ਫਲ ਦੁੱਖ ਹੈ, ਪੁੰਨ ਦਾ ਫਲ ਸੁੱਖ ਹੈ। ਇਸ ਵਾਸਤੇ ਨਿਸ਼ਕਾਮ ਮਨ ਦੀ ਸ਼ੁੱਧੀ ਦਾ ਕਾਰਨ ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਖੋਲ੍ਹਦਾ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਹਰ ਤਰ੍ਹਾਂ ਦੇ ਜਗਿਆਸੂ, ਹੁਣ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, 5 ਪਿਆਰੇ, 4 ਸਾਹਿਬਜ਼ਾਦੇ, ਹੁਣ ਆਪਾਂ ਉਹਨਾਂ ਦੀ ਰੀਸ ਤਾਂ ਕਰ ਨਹੀਂ ਸਕਦੇ। ਹਾਂ, ਉਸ ਅਵਸਥਾ ਪਹੁੰਚਣ ਲਈ ਪਹੁੰਚਿਆ ਜਾ ਸਕਦਾ, ਪਰ ਕਮਾਈ ਕਰਨੀ ਪਊਗੀ। ਜੇ ਕਹੀਏ ਵੀ ਅੱਜ ਜਿੱਥੇ ਉਹ ਪਹੁੰਚੇ ਅੱਜ ਆਪਾਂ ਵੀ ਉੱਥੇ ਪਹੁੰਚ ਜਾਈਏ, ਨਹੀਂ, ਆਪਾਂ ਨੂੰ ਨੀਚੇ ਦੀਆਂ ਮੰਜ਼ਲਾਂ ਸਾਰੀਆਂ ਤੈਅ ਕਰਨੀਆਂ ਪੈਣੀਆਂ। ਕੋਈ ਵੀ ਵਿਦਿਆਰਥੀ PhD ਕਰ ਸਕਦਾ, ਈਰਖਾ ਕਰਕੇ ਨਹੀਂ। ਜਿਹੜੇ ਨਿਯਮਾਂ 'ਚ ਉਸਤਾਦ ਨੇ ਅਸੂਲ ਬਣਾਏ ਹੈ, ਉਹਦੇ ਮੁਤਾਬਕ ਉਹ ਪੜ੍ਹੇ ਪੜ੍ਹਾਏਗਾ, ਇਮਤਿਹਾਨ ਦੇਗਾ, ਪਹੁੰਚ ਸਕਦਾ ਹੈ। ਹੌਂਸਲਾ ਰੱਖ ਕੇ ਤੁਰਿਆ ਰਹੇ। ਵੀ ਜੇ ਕਹੀਏ ਹੁਣ ਡਾਂਗ ਲੈ ਕੇ ਟੀਚਰ ਨੂੰ ਮੈਨੂੰ ਹੁਣੇ ਸਰਟੀਫਿਕੇਟ ਦੇ ਦੇ, ਇਉਂ ਤਾਂ ਕਦੀ ਕਿਸੇ ਨੂੰ ਮਿਲਿਆ ਨਹੀਂ। ਅਤੇ ਗੁਰੂ ਘਰ 'ਚ ਵੀ ਡਾਂਗ ਦੇ ਨਾਲ ਕਹੀਏ ਰੱਬ ਦੀ ਪ੍ਰਾਪਤੀ ਹੋ ਜਾਏ, ਇਉਂ ਨਹੀਂ ਹੋਣੀ। ਇਹ ਜੋ ਅਸੂਲ ਆ ਉਹਨਾਂ ਮੁਤਾਬਕ ਹੀ ਚੱਲਣਾ ਪੈਣਾ। ਕਈਆਂ ਦੀ ਹੁਣ ਪਿਛਲੀ ਕਮਾਈ ਵਧੇਰੇ ਹੈ, ਉਹਨਾਂ ਨੂੰ ਇੱਥੇ ਥੋੜ੍ਹੀ ਕਰਨੀ ਪੈਂਦੀ ਹੈ। ਕਈਆਂ ਦੇ ਪਿਛਲੇ ਕਰਮ ਬਹੁਤ ਮਾੜੇ, ਇਸ ਜਨਮ ਦੇ ਮਾੜੇ ਆ, ਉਹਨਾਂ ਨੂੰ ਪਹਿਲਾਂ ਮੈਲ ਧੋਣੀ ਪੈਣੀ ਹੈ। ਅਤੇ ਜਿਹੜਾ ਹੁਣ ਕਾਲਕ ਨਾਲ ਭਰਿਆ ਕੱਪੜਾ ਲਲਾਰੀ, ਉਹਨੂੰ ਕੀ ਰੰਗ ਦੇਊਗਾ? ਪਹਿਲਾਂ ਤਾਂ ਸਾਫ਼ ਕਰਨਾ ਪਊਗਾ ਨਾ। ਭਾਂਡਾ ਮੈਲਾ ਹੈ, ਵਸਤੂ ਪਾਉਣ ਤੋਂ ਪਹਿਲਾਂ ਸਾਫ਼ ਕਰਨਾ ਪਏਗਾ। ਇਸੇ ਤਰ੍ਹਾਂ ਉਹਨਾਂ ਮਹਾਂਪੁਰਖਾਂ ਨੇ ਇਹ ਦਿਨ ਜਿਹੜੇ ਨਿਯੁਕਤ ਕੀਤੇ ਆ। ਹੁਣ ਕਈ ਬੰਦਿਆਂ ਨੂੰ ਰੋਜ਼ਾਨਾ ਟਾਈਮ ਦਿੰਦੇ ਹੀ ਨਹੀਂ, ਨਾ ਮੰਨਦੇ ਆ। ਉਹਨਾਂ ਨੂੰ ਕਹੀਦਾ ਲੈ ਵੀ ਤੁਸੀਂ ਚਲੋ, ਸ਼ਰਾਬ ਪੀਂਦਾ ਮੈਂ ਬਾਬਾ ਜੀ ਛੱਡ ਨਹੀਂ ਸਕਦਾ। ਉਹਨੂੰ ਕਹਿੰਦਾ ਚੱਲ ਤੂੰ ਸੰਗਰਾਂਦ ਵਾਲੇ ਦਿਨ ਹੀ ਛੱਡ ਦੇ, ਤੂੰ ਮੱਸਿਆ ਵਾਲੇ ਦਿਨ ਨਾ ਪੀ, ਤੂੰ ਪੁੰਨਿਆ ਵਾਲੇ ਦਿਨ ਨਾ ਪੀ, ਇਕਾਦਸ਼ੀ ਵਾਲੇ ਦਿਨ ਨਾ ਪੀ, ਤੂੰ ਗੁਰਪੁਰਬ ਵਾਲੇ ਦਿਨ ਨਾ ਪੀ, ਜਿੱਦਣ ਸ਼ਹੀਦਾਂ ਦਾ ਦਿਨ ਆ ਉਦਣ ਨਾ ਪੀ। ਕਹਿੰਦਾ ਇੰਨਾ ਕੁ ਤਾਂ ਕਰ ਲੂੰ। ਇਹਨਾਂ ਦਿਨਾਂ 'ਚ ਤੂੰ ਸੰਗਤ ਵਿੱਚ ਆਈ, ਜੋੜੇ ਝਾੜੀ, ਝਾੜੂ ਫੇਰੀ, ਪੋਚਾ ਲਾਈ, ਕਥਾ ਕੀਰਤਨ ਸੁਣੀ। ਉਹ ਜਿੰਨਾ ਪੁੰਨ ਬਣੂਗਾ ਉਨੇ ਪਾਪ ਘਟਾਊਗਾ ਕਿ ਨਹੀਂ? ਉਨੇ ਮਨ 'ਚ ਸ਼ੁੱਧੀ ਪੈਦਾ ਹੋਊਗੀ। ਉਹਨੂੰ ਅੰਦਰੋਂ ਹੌਲੀ ਹੌਲੀ ਰਸ ਆਉਣ ਲੱਗ ਪੈਣਾ। ਫਿਰ ਤੁਹਾਨੂੰ ਕਹਿਣਾ ਨਹੀਂ ਪੈਣਾ ਗੁਰਦੁਆਰੇ ਆਈ, ਉਹਨੂੰ ਤੋੜ ਲੱਗ ਜਾਣੀ, ਉਹਨੂੰ ਭੱਜਣਾ। ਉਸ ਵੇਲੇ ਤੁਸੀਂ ਰੋਜ਼ ਇਸ਼ਨਾਨ ਦਾ ਨਿਯਮ ਬਣਾ ਲਓ। ਉਸ ਟਾਈਮ ਇਸ਼ਨਾਨ ਨਾ ਕਰੋ, ਤੁਸੀਂ ਬੈੱਡ 'ਤੇ ਪੈ ਹੀ ਨਹੀਂ ਸਕਦੇ। ਬਾਣੀ ਦਾ ਨਿਤਨੇਮ ਬਣਾ ਲਓ, ਨਹੀਂ ਹੋਊਗਾ ਸਾਰਾ ਦਿਨ ਬੇਚੈਨ ਰਹੋਗੇ। ਨਿਤਨੇਮ ਕਰਕੇ ਸ਼ਾਂਤੀ। ਇਹ ਤਾਂ ਆਪਣੇ ਜੀਵਨ 'ਚ ਵੀ ਗੱਲਾਂ ਘਟਦੀਆਂ ਰਹਿੰਦੀਆਂ। ਕੋਈ ਸੰਗਤ ਜ਼ਿਆਦਾ ਆ ਗਈ, ਨਿਤਨੇਮ ਨਾ ਹੋਇਆ, ਰਾਤ ਨੂੰ ਨੀਂਦ ਹੀ ਨਾ ਆਊਗੀ। ਜਦੋਂ ਪੂਰਾ ਕਰੋ ਫਿਰ ਆਊ। ਇਹਦੇ 'ਚ ਵੀ ਅਮਲ ਹੈ, ਇਹਦੇ 'ਚ ਵੀ ਰਸ ਹੈਗਾ। ਫਿਰ ਇਹ ਬਾਣੀ ਨਾਲ ਪਿਆਰ ਕਰੋਗੇ, ਇਹ ਵੀ ਤੁਹਾਡੇ ਨਾਲ ਪਿਆਰ ਕਰਨ ਲੱਗ ਜਾਂਦੀ ਹੈ। ਦੇਖ ਲਿਓ ਕਰਕੇ। ਕੁੱਤੇ ਬਿੱਲੇ ਨਾ ਕਰੋ, ਉਹ ਵੀ ਕਰਦਾ। ਮਨੁੱਖ ਨਾ ਕਰੋ, ਉਹ ਵੀ ਕਰਦਾ। ਦੇਵੀ ਦੇਵਤੇ ਨਾ ਕਰ ਲਓ, ਗੁਰੂ ਪੀਰ ਨਾ ਕਰ ਲਓ। ਇਹ ਬਾਣੀ ਨਾ ਕਰਕੇ ਦੇਖ ਲਿਓ। ਜਿਲੇ ਇਹਦਾ ਟਾਈਮ ਹੋਵੇ ਇਹ ਵੀ ਜਗਾਉਂਦੀ ਹੈ। ਬਾਣੀ ਪ੍ਰਭ ਕੀ ਸਭ ਕੋ ਬੋਲਾ, ਆਪ ਅਡੋਲ ਨਾ ਕਬਹੂੰ ਡੋਲਾ। ਇਹਦੇ 'ਚ ਵੀ ਬੜੀ ਕਰਾਮਾਤ ਹੈ, ਬੜੀ ਸ਼ਕਤੀ ਹੈ ਇਹਦੇ ਵਿੱਚ। ਕਿਉਂਕਿ ਰੱਬ ਦੇ ਮਿਲਾਪ ਦਾ ਸਾਧਨ ਇੱਕ ਗੁਰਬਾਣੀ ਹੀ ਹੈ ਨਾ। ਕੜੀ ਹੈ ਵਿੱਚ ਭਗਵਾਨ ਅਤੇ ਭਗਤ ਦੇ ਅੰਦਰ ਭਗਤੀ। ਜਿਹਦੇ ਅੰਦਰ ਭਗਤੀ ਹੈ ਉਹੀ ਬਾਣੀ ਪੜ੍ਹੂ, ਉਹੀ ਨਾਮ ਅਭਿਆਸ ਕਰੂ, ਉਹੀ ਸਤਸੰਗ ਕਰੂ। ਦੁਆ ਕਿੱਥੋਂ ਕਰ ਲੂਗਾ? ਸੋ ਇਸ ਵਾਸਤੇ ਇਹ ਜਿਹੜੇ ਦਿਨ ਸਿਆਣੇ ਪੁਰਸ਼ਾਂ ਨੇ ਨਿਯੁਕਤ ਕੀਤੇ ਆ, ਬੜੀ ਸੋਚ ਸਮਝ ਔਰ ਵਿਚਾਰ ਦੁਆਰਾ ਕੀਤੇ ਹਨ। ਸੋ ਐਸੇ ਜਿਹੜੇ ਲੋਕ ਉਹ ਹੁਣ 12 ਮਾਹਾਂ ਵੀ ਪੜ੍ਹਨਗੇ,
ਕਥਾ ਵੀ ਕਰਨਗੇ ਅਤੇ ਖੰਡਨ ਵੀ ਕਰੀ ਜਾਂਦੇ ਆ। ਅਤੇ ਨਾਲੇ ਤਾਂ ਤੂੰ ਸੰਗਰਾਂਦ ਕਹਿ ਰਿਹਾ ਅੱਜ ਸੰਗਰਾਂਦ ਆ, ਨਾਲੇ ਉਹਦੀ ਖੰਡਨ ਕਰੀ ਜਾਂਦਾ। ਅੱਜ ਮੱਸਿਆ ਹੁਣ ਕਈ ਲੋਕ ਇਹਨਾਂ ਦਿਨਾਂ 'ਤੇ ਬੋਲ ਬੁਲਾ ਕੇ ਆਪਣਾ ਹਲਵਾ ਮੰਡਾ ਰੋਟੀ ਪਾਣੀ ਵੀ ਛਕਦੇ ਆ, ਫਿਰ ਆਲੋਚਨਾ ਵੀ ਕਰੀ ਜਾਂਦੇ ਆ। ਅਕਸਰ ਤਾਂ ਕੋਈ ਨਾ ਕੋਈ ਦਿਨ ਤਾਂ ਆਏਗਾ ਹੀ ਨਾ, ਕਦੀ ਸੋਮਵਾਰ ਆ ਗਿਆ, ਮੰਗਲ ਆ ਗਿਆ, ਕਦੀ ਮੱਸਿਆ ਸੰਗਰਾਂਦ। ਇਹ ਤਾਂ ਪ੍ਰਕਿਰਤੀ ਦੇ ਨਿਯਮ ਬਣੇ ਹੋਏ ਆ, ਉਹਦੇ ਮੁਤਾਬਕ ਇਹ ਸਰਕਲ ਚੱਲੀ ਜਾਣਾ, ਆਈ ਜਾਣਾ। ਇਸ ਨੂੰ ਰੋਕਣ ਦੀ ਕੋਈ ਦੁਨੀਆ ਦੀ ਕੋਈ ਸ਼ਕਤੀ ਹੈ ਨਹੀਂ। ਚੰਦ ਦੀਆਂ ਕਲਾਂ ਵੱਧਦੀਆਂ ਘਟਦੀਆਂ ਪਰਮੇਸ਼ਰ ਨੇ ਰੱਖਿਆ ਹੋਇਆ। ਸੂਰਜ ਚੱਲ ਰਿਹਾ, ਉਹਦਾ ਪ੍ਰਕਾਸ਼, ਹਵਾ ਚੱਲਦੀ ਹੈ, ਨਦੀਆਂ ਨਾਲ ਦਰਿਆ ਵਗ ਰਹੇ ਹੈ। ਪ੍ਰਕਿਰਤੀ ਮਾਤਾ ਭਗਵਾਨ ਦੇ ਹੁਕਮ ਵਿੱਚ ਇਹ ਸਾਰਾ ਕੁਝ ਹੋ ਰਿਹਾ। ਸਾਡੇ ਅੰਦਰ ਸਵਾਸ ਕਲਾ ਚੱਲ ਰਹੀ ਹੈ। ਸਾਡੇ ਸਰੀਰ ਨੂੰ ਕਿਨ ਬਣਾਇਆ ਹੈ, ਕੌਣ ਚਲਾ ਰਿਹਾ, ਕੌਣ ਕਿਰਿਆ ਕਰਾ ਰਿਹਾ, ਕੋਈ ਗੈਬੀ ਸ਼ਕਤੀ ਕਰ ਰਹੀ ਹੈ। ਅਸੀਂ ਸਵਾਸ ਰੋਕਣਾ ਚਾਹੀਏ, ਰੁਕਦਾ ਨਹੀਂ। ਜਿੱਦਣ ਉਸ ਨੇ ਰੋਕਣਾ ਉੱਦਣ ਅਸੀਂ ਰੋਕ ਨਹੀਂ ਸਕਦੇ ਕਿ ਅਸੀਂ ਨਹੀਂ ਮਰਨਾ। ਜਿੰਨਾ ਚਿਰ ਉਹਨੇ ਰੱਖਣਾ ਅਤੇ ਫਿਰ ਨਹੀਂ। ਕਹਿੰਦੇ ਜਿਹੜਾ ਕਲਾਈਵ ਈਸਟ ਇੰਡੀਆ ਕੰਪਨੀ ਦਾ ਪਹਿਲਾ ਬਣਿਆ ਨਾ, ਉਹ ਜੀਵਨ ਤੋਂ ਬੜਾ ਤੰਗ ਸੀ। ਹੁਣ ਪਿਸਟਲ ਲੈ ਕੇ ਇੱਥੇ ਰੱਖ ਕੇ 3 ਵਾਰੀ ਆਪਣੇ ਘਾਤ ਕਰਨ ਦੀ ਕੋਸ਼ਿਸ਼ ਕੀਤੀ, 3 ਵਾਰੀ ਉਹ ਫਾਇਰ ਨਿਸਫਲ ਗਏ। ਉਹ ਕਹਿੰਦਾ ਵੀ ਤੈਨੂੰ ਕੋਈ ਵੱਡੀ ਪਦਵੀ ਮਿਲਣੀ ਹੈ। ਉਹ ਈਸਟ ਇੰਡੀਆ ਕੰਪਨੀ ਦਾ ਮੁਖੀ ਬਣਿਆ ਸੀ। ਕਿਉਂਕਿ ਮਰਨਾ ਵੀ ਦੇ ਵੱਸ ਨਹੀਂ, ਜੀਣਾ ਵੀ ਦੇ ਵੱਸ ਨਹੀਂ, ਤੰਦਰੁਸਤ ਰਹਿਣਾ, ਬਿਮਾਰ ਹੋਣਾ, ਇਹ ਸਾਰੀ ਕਿਰਿਆ ਮਾਲਕ ਦੇ ਹੱਥ ਵਿੱਚ ਹੈ। ਉਹਦਾ ਨਾਮ ਪਰਮਾਤਮਾ। ਉਹ ਗੁਪਤ ਤੌਰ 'ਤੇ ਵੀ ਪ੍ਰਗਟ ਤੌਰ 'ਤੇ ਸਾਰਾ ਕੁਝ ਹੀ ਕਰਾ ਰਿਹਾ ਹੈ। ਇਸ ਵਾਸਤੇ ਉਹਦੀ ਸ਼ਰਨ ਵਿੱਚ ਆਓ। ਉਹਦੀ ਸ਼ਰਨ ਵਿੱਚ ਆ ਕੇ ਉਹਦੇ ਉਪਦੇਸ਼ਾਂ ਦੇ ਅਨੁਕੂਲ ਚੱਲਣਾ ਸ਼ੁਰੂ ਕਰ ਦਿਓ। ਬਸ ਸੁੱਖ ਹੀ ਸੁੱਖ, ਸਾਰੇ ਸੁੱਖ ਭਾਲਦੇ ਆ। ਹੁਣ ਬਾਬਾ ਫਰੀਦ ਸਾਹਿਬ ਨੇ ਇੱਕ ਸਲੋਕ ਵਿੱਚ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਕਮਾਲ ਕਰ ਦਿੱਤੀ ਕਿ ਨਹੀਂ ਮਹਾਂਪੁਰਖਾਂ ਨੇ। ਕਹਿੰਦੇ ਬੁਰੇ ਦਾ ਵੀ ਭਲਾ ਕਰ, ਮਨ 'ਚ ਗੁੱਸਾ ਨਾ ਲਿਆਈ, ਸਹਿਣ ਸ਼ਕਤੀ, ਖਿਮਾ ਬਿਰਤੀ ਬਣਾ ਲਈ। ਅੱਗ ਨਾਲ ਅੱਗ ਨਹੀਂ ਬੁਝਦੀ ਹੁੰਦੀ, ਪਾਣੀ ਨਾਲ ਬੁਝਦੀ ਆ, ਗੁੱਸੇ ਨਾਲ ਗੁੱਸਾ ਨਹੀਂ ਨਾ ਮਿਟਦਾ। ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੀ, ਤੇਰੀ ਦੇਹ ਨੂੰ ਕੋਈ ਰੋਗ ਹੀ ਨਹੀਂ ਲੱਗੇਗਾ। ਪੱਲੇ ਸਭ ਕੁਛ ਪਾਏ, ਸਾਰਾ ਕੁਛ ਤੇਰੇ ਬੁੱਧੀ ਰੂਪ ਪੱਲੇ 'ਚ ਪੈ ਜਾਊਗਾ। ਲੈ ਇਹਨੂੰ ਮੰਨਣਾ ਬਹੁਤ ਔਖਾ। ਇੰਨੀ ਗੱਲ ਮੰਨ ਲਓ, ਬਹੁਤੀ ਦੁਨੀਆ ਤਾਂ ਇੱਥੋਂ ਹੀ ਬਿਮਾਰ ਹੋਈ ਹੈ ਨਾ। ਇੱਕ ਦੂਏ ਨੂੰ ਦੇਖ ਦੇਖ ਸੜੀ ਜਾਂਦੇ ਆ, ਰਿੱਝੀ ਜਾਂਦੇ ਆ, ਈਰਖਾ, ਨਫ਼ਰਤ, ਘਿਰਣਾ, ਨਿੰਦਿਆ, ਚੁਗਲੀ ਕਰੀ ਜਾਂਦੇ ਆ। ਆਪਣੀ ਰਸਨਾ ਨੂੰ ਵੀ ਬੇਲਚਾ ਬਣਾਇਆ, ਗੰਦ ਚੁੱਕੀ ਜਾਂਦੇ ਦਿਨ ਰਾਤ। ਬੇਲਚਾ ਤਾਂ ਚੱਕ ਕੇ ਗੰਦ ਬਾਹਰ ਸੁੱਟਦਾ ਹੈ, ਅੰਦਰ ਲਈ ਆਉਂਦੇ ਆ। ਫਲਾਨਾ ਇਉਂ ਸੀ। ਆਪਣੇ ਦੇਸ਼ ਵਿੱਚ ਤਾਂ ਇਹ ਰਿਵਾਜ ਬਹੁਤਾ ਹੀ ਹੈ, ਬਾਹਰਲੇ ਦੇਸ਼ਾਂ 'ਚ ਘੱਟ ਆ ਥੋੜ੍ਹਾ। ਗੋਰੇ ਲੋਕ ਜਿਹੜੇ, ਇਹ ਨਹੀਂ ਕਿ ਉੱਥੇ ਬੁਰਾਈ ਨਹੀਂ, ਪਰ ਉਹ ਦੂਏ ਦੀ ਬੁਰਾਈ ਦੇਖ ਕੇ ਬਹੁਤੀ ਚਿੰਤਾ ਨਹੀਂ ਕਰਦੇ। ਸਧਾਰਨ ਲਈ ਤਾਂ ਹੈਲਪ ਕਰ ਦੇਣਗੇ। ਸਾਡੇ ਹੁੰਦੀ ਮਿੱਟੀ ਪੁੱਟੀ ਜਾਣੀ ਇੱਕ ਦੂਏ ਦੀ, ਜਿੱਥੇ ਬਹਿਣਾ। ਦੂਆ ਕੰਮਾਂ ਹੀ ਹੈ ਨਹੀਂ ਇਹਨਾਂ ਨੂੰ ਕੋਈ। ਖੁੰਡ ਚਰਚਾ ਆਹ ਹੀ ਕੁਛ ਹੁੰਦਾ ਦਿਨ ਰਾਤ। ਸੋ ਮਹਾਰਾਜ ਇਹ ਸਾਰੀਆਂ ਗਲਤ ਗੱਲਾਂ ਤੋਂ ਰੋਕਣ ਵਾਸਤੇ ਉਹਨਾਂ ਨੇ ਦਿਨਾਂ ਦਾ ਵੀ, ਦਿਨ ਤੇਰਾ ਸਫਲ ਕਿਵੇਂ ਹੋਏਗਾ, ਥਿੱਤਾਂ ਤੇਰੀਆਂ ਕਿਵੇਂ ਸਫਲ ਹੋਣਗੀਆਂ, ਤੇਰੇ ਮਹੀਨੇ ਕਿਵੇਂ ਸਫਲ ਹੋਣਗੇ, ਤੇਰੀ ਸਾਰੀ ਜ਼ਿੰਦਗੀ, ਸਾਲ ਕਿਵੇਂ ਸਫਲ ਹੋਣਗੇ, ਹਰ ਨੁਕਤੇ ਦੇ, ਹਰ ਪਹਿਲੂ ਦੇ ਉੱਤੇ ਉਹਨਾਂ ਨੇ ਵਿਚਾਰ ਦਿੱਤੀ ਹੋਈ ਹੈ। ਸੋ ਇਸ ਕਰਕੇ ਆਓ ਪਿਆਰ ਦੇ ਨਾਲ, ਜਿਵੇਂ ਸਾਰਾ ਸਾਲ ਵਿਦਿਆਰਥੀ ਪੜ੍ਹਦਾ ਨਾ, 3 ਮਹੀਨੇ ਇਮਤਿਹਾਨ ਹੁੰਦਾ ਵੀ ਕਿੰਨੇ ਕੁ ਪਾਣੀ 'ਚ ਆਏ, ਫਿਰ 6 ਮਹੀਨੇ ਲੈਂਦੇ ਆ, ਫਿਰ ਦੇਖਦਾ ਲੈ ਵੀ ਕਿੰਨੇ ਘੱਟ ਨੰਬਰ ਆਏ ਕਿ ਵੱਧ ਆਏ, ਹੋਰ ਮਿਹਨਤ ਕਰਦਾ। ਫਿਰ 9 ਮਹੀਨੇ, ਆਖਰੀ ਇਮਤਿਹਾਨ 12ਵੇਂ ਮਹੀਨੇ। ਅਤੇ ਜਿਹਨੇ 3 ਇਮਤਿਹਾਨਾਂ ਦੀ ਕਮਜ਼ੋਰੀ ਨੂੰ ਨਜ਼ਰ ਵਿੱਚ ਰੱਖ ਕੇ ਮਿਹਨਤ ਕੀਤੀ, 12ਵੇਂ ਮਹੀਨੇ ਉਹੀ ਪਾਸ ਹੋਣਗੇ ਨਾ।
ਇਸੇ ਤਰ੍ਹਾਂ ਹੀ 12 ਮਹੀਨੇ ਬਣਾਏ ਹੈ। ਪਿਛਲੇ ਮਹੀਨੇ ਤੂੰ ਕੀ ਕਰਦਾ ਰਿਹਾ, ਹੁਣ ਕੀ ਕਰ ਰਿਹਾ? ਚੌਧਰੀ ਮਹਾਰਾਜ ਕੋ ਆਏ ਸੀ ਨਾ ਪੰਜਵੇਂ ਸਤਿਗੁਰਾਂ ਦੇ ਕੋਲ, ਮਹਾਰਾਜ ਸਾਡਾ ਭਲਾ ਕਿਵੇਂ? ਹਰ ਵੇਲੇ ਕੂੜ ਕਬਾੜਾ ਹੀ ਚੱਲਦਾ ਰਹਿੰਦਾ। ਕਹਿੰਦੇ ਸ਼ਾਮ ਨੂੰ ਸੌਣ ਲੱਗੇ ਵਿਚਾਰਿਆ ਕਰੋ ਅੱਜ ਕਿੰਨੇ ਚੰਗੇ ਕੰਮ ਕੀਤੇ, ਕਿੰਨੇ ਮਾੜੇ। ਹੌਲੀ ਹੌਲੀ ਮਾੜੇ ਤਿਆਗੋ, ਚੰਗੇ ਗ੍ਰਹਿਣ ਕਰੋ। ਬਸ ਹੁਣ ਤੇ ਸੰਗਤ 'ਚ ਆ ਕੇ ਸੁਣਾਇਆ ਕਰੋ। ਹੁਣ ਸੰਗਤ 'ਚ ਆਪਣੀ ਚੰਗੀਆਂ ਗੱਲਾਂ ਤਾਂ ਸੁਣਾ ਦੂ, ਮਾੜੀ ਨਹੀਂ ਨਾ ਸੁਣਾਉਂਦਾ। ਅੱਜ ਹੁਣ ਕਿਤਾਬਾਂ ਬਹੁਤ ਲਿਖਦੇ ਆ, ਜਿਹੜੀਆਂ ਆਪਣੀਆਂ ਚੰਗੀਆਂ ਗੱਲਾਂ ਲਿਖਣੀਆਂ, ਜਿਹੜੀ ਗਲਤ ਗੱਲ ਉਹ ਲਿਖਣੀ ਨਹੀਂ। ਲੋਕਾਂ 'ਚ ਇਹ ਦੱਸਣ ਵੀ ਬਹੁਤ ਵੱਡਾ ਯੁਧਿਸ਼ਟਰ ਤੇ ਧਰਮਾਤਮਾ ਹੈ, ਅਤੇ ਤੂੰ ਆਪਣੀ ਗਲਤ ਗੱਲ ਵੀ ਲਿਖਦਾ। ਉਹ ਤਾਂ ਲਿਖਦੇ ਨਹੀਂ ਹੈਂ। ਨਿਰੀ ਉਸਤਤ ਵਡਿਆਈ ਦੇ ਪੜੋਲ ਨਹੀਂ ਜਾਣੇ। ਪਰ ਇਹ ਤਾਂ ਗੁਰੂ ਸਾਹਿਬ ਹੈ ਨਾ, ਜਿਨ੍ਹਾਂ ਦਾ ਏ ਤੋਂ ਜੈਡ ਤੇ ਸਾਰਾ ਜੀਵਨ ਪਵਿੱਤਰ ਆ, ਅਤੇ ਬਾਕੀ ਜਿੰਨੇ ਇਨਸਾਨ ਆ ਉਹਨਾਂ ਦੇ ਜੀਵਨ ਵਿੱਚ ਰਲਿਆ ਮਿਲਿਆ ਜਿਹਾ ਕੰਮ ਤੁਰਿਆ ਰਹਿੰਦਾ। ਪਰ ਲੋਕਾਂ ਨੂੰ ਚੰਗਾ ਬਣਾਉਣ ਵਾਸਤੇ ਕਈ ਕੁਛ ਕਰਦੇ ਆ। ਚੰਗਾ ਨਾਂ ਰਖਾਏ ਕਰ ਜਸ ਕੀਰਤ ਜਗ ਲੈ, ਜੇ ਤਿਸ ਨਦਰ ਨਾ ਵੀ ਤਾਂ ਬਾਤ ਨਾ ਪੁੱਛਿਆ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ 12 ਮਹੀਨੇ ਇਹਨਾਂ ਦੇ ਉੱਤੇ ਵਿਚਾਰਧਾਰਾ ਲਿਖੀ ਹੈ। ਦਸਮ ਵਿੱਚ ਵੀ ਹੈ, ਸਰਵਲੋਭ ਵਿੱਚ ਵੀ ਹੈਗੀ ਹੈ। ਆਓ ਪਿਆਰ ਦੇ ਨਾਲ ਗੁਰੂ ਮਹਾਰਾਜ ਦੀ ਪਾਵਨ ਰਸਨਾ ਦੇ ਉਪਦੇਸ਼ ਸਰਵਣ ਕਰੀਏ। ਕਰੋ ਰਸਨਾ ਪਵਿੱਤਰ, ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਫਲਗੁਣ ਆਨੰਦ ਉਪਾਰਜਨਾ। ਹਾਂ, ਸਿੱਧਾ ਬਣਾ ਲਿਆ ਫਗਣ। ਫਲ ਗੁਣ, ਇਹ 12 ਮਾਹ ਦਾ ਫਲ ਕੀ ਹੈ? ਕੀ ਗੁਣ ਮਿਲਦਾ? ਕਹਿੰਦੇ ਇਸ ਮਹੀਨੇ ਵਿੱਚ ਜਿਵੇਂ ਦਰੱਖਤ ਲਾਇਆ ਉਹਨੂੰ ਫਲ ਲੱਗੂਗਾ ਤਾਂ ਹੀ ਉਹ ਦਰੱਖਤ ਸਫਲ ਆ। ਜੀਵਨ ਵੀ ਜਿਹਦਾ ਨਿਸਫਲ ਆ ਉਹ ਤੋਂ ਕਿਸੇ ਕੰਮ ਨਿਕੰਮਾ ਹੀ ਆ। ਇਹ ਮਨੁੱਖ ਸਰੀਰ ਵੀ ਸ਼ੁਭ ਗੁਣ ਦਾ ਫਲ ਲੱਗੇ ਫਿਰ ਹੀ ਆ ਨਾ। ਅਤੇ ਜੇ ਨਿਸਫਲ ਗਵਾ ਲਿਆ ਕ੍ਰੀਤੀਆਂ ਕਰਮਾਂ 'ਚ ਫਿਰ ਤਾਂ ਕੁਝ ਵੀ ਨਹੀਂ। ਜੇ ਇਹੋ ਜਿਹਾ ਆਏ ਤੇ ਇਹੋ ਜਿਹਾ ਨਾ ਆਏ। ਫਲ ਗੁਣ ਆਨੰਦ ਉਪਾਰਜਨਾ, ਇਸ ਮਹੀਨੇ ਦੁਆਰਾ ਜਿਨੀ ਨਾਮ ਬਾਣੀ ਦਾ ਅਭਿਆਸ ਕਰਕੇ ਆਤਮਾ ਆਨੰਦ ਨੂੰ ਉਪਾਰਜਨ, ਇਸ ਨੂੰ ਪੈਦਾ ਕਰ ਲਿਆ, ਸ਼ੁਭ ਗੁਣਾਂ ਨੂੰ ਇਕੱਤਰ ਕਰ ਲਿਆ ਹੈ। ਹਰਿ ਸੱਜਣ ਪ੍ਰਗਟੇ ਆਏ। ਉਹ ਸੱਜਣ ਸਰੂਪੀ ਪਰਮਾਤਮਾ ਹਰ ਜਗ੍ਹਾ ਵਿਆਪਕ ਸਰੂਪ ਹੈ। ਕਮਾਈ ਕਰਨੇ ਨਾ ਫਿਰ ਪ੍ਰਗਟ ਹੋ ਕੇ ਆ ਜਾਂਦਾ ਹੈ, ਸਾਹਮਣੇ ਪ੍ਰਗਟ ਹੋ ਜਾਂਦਾ ਹੈ। ਇਹ ਨਹੀਂ ਕਿ ਉਦੋਂ ਮਾਤਾ ਸਰੀਰ ਮਾਤਾ ਪਿਤਾ ਦੇ ਮਾਧਿਅਮ ਦੁਆਰਾ ਹੀ ਆਵੇ, ਸਿੱਧਾ ਵੀ ਆਉਂਦਾ। ਹੁਣ 52 ਭਗਵਾਨ ਆਏ ਸੀ, ਨਰਸਿੰਘ ਆਇਆ ਸੀ। ਅੱਜ ਵੀ ਮਹਾਰਾਜ ਕਈਆਂ ਨੂੰ ਦਰਸ਼ਨ ਦੀਦਾਰ ਦਿੰਦੇ ਹਨ। ਉਦੋਂ ਮਾਤਾ ਪਿਤਾ ਦੇ ਮਾਧਿਅਮ ਦੁਆਰਾ ਥੋੜ੍ਹੀ ਆਉਂਦੇ ਆ, ਸਿੱਧੇ ਆ ਜਾਂਦੇ ਆ ਸਕਦੇ ਆ, ਸਮਰੱਥ ਆ। ਮਾਤਾ ਪਿਤਾ ਦਾ ਤਾਂ ਉਹਨਾਂ ਦੀ ਬੰਦਗੀ ਨੂੰ ਭਾਗ ਲਾਉਣ ਲਈ ਇੱਕ ਬਹਾਨਾ ਜਿਹਾ ਬਣਾ ਲੈਂਦੇ, ਮਾਨਸੀ ਲੀਲਾ ਕਰਨ ਲਈ। ਵੈਸੇ ਤਾਂ ਉਹ ਅਜਨਮਾ ਹਨ। ਹਰ ਸੱਜਣ ਪ੍ਰਗਟੇ ਆਏ। ਲੱਕੜ ਵਿੱਚ ਆ ਗਿਆ, ਬਾਂਦਰ ਨੂੰ ਪਾਲਾ ਲੱਗਦਾ ਹੈ, ਉਹ ਅੱਗ ਪੈਦਾ ਕਰਕੇ ਸੇਕ ਸਕਦਾ ਹੈ। ਕੀ ਅੱਗ ਹੈ ਨਹੀਂ ਲੱਕੜ ਵਿੱਚ? ਲੱਕੜ ਵਿੱਚ ਅੱਗ ਹੈ, ਪਰ ਪੈਦਾ ਕਰਨ ਦੀ ਬੁੱਧੀ ਨਹੀਂ। ਪਰਮਾਤਮਾ ਹੈ, ਅਤੇ ਜਿਨ੍ਹਾਂ ਦੀ ਬਾਂਦਰ ਬੁੱਧ ਮੂਰਖ ਨਹੀਂ ਤਾਂ ਇੱਕੋ ਹੀ ਸੁਹਾਗਾ ਫੜਿਆ, ਰੱਬ ਹੈ ਹੀ ਨਹੀਂ। ਬੁੱਧੀ ਦਾ ਦਿਵਾਲਾ ਨਿਕਲਿਆ ਜਿਨ੍ਹਾਂ ਦਾ, ਉਹ ਕਹਿੰਦੇ ਰੱਬ ਹੈ ਨਹੀਂ। ਪਰ ਜਿਨ੍ਹਾਂ ਨੂੰ ਮਹਾਰਾਜ ਨੇ ਕਿਰਪਾ ਕੀਤੀ ਹੈ, ਉਹਨਾਂ ਨੇ ਉਹਨਾਂ ਨੂੰ ਪ੍ਰਤੱਖ ਕੀਤਾ, ਸਾਖਿਆਤ ਕੀਤਾ, ਪ੍ਰਗਟ ਕੀਤਾ। ਭਗਤ ਨਾਮਦੇਵ ਨੂੰ ਕਿੰਨੀ ਵਾਰੀ ਸਰਗੁਣ ਸਰੂਪ ਦਰਸ਼ਨ ਦਿੱਤੇ।
72 ਵਾਰੀ ਤੇ ਕਹਿਣ ਮਾਤਰ ਹੈ, 24 ਘੰਟੇ ਉਹਨਾਂ ਨੂੰ ਦਰਸ਼ਨ ਹੁੰਦੇ ਸੀ। ਗੱਜ ਕੇ ਬੋਲੋ। ਹਰ ਵੇਲੇ ਹੁੰਦੇ ਸੀ, ਜਰਰੇ ਜਰਰੇ ਵਿੱਚ ਹੁੰਦੇ ਸੀ। ਈਬੇ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਭਗਤ ਜਾਪੇ ਹੀ ਕਹਿ ਰਹੇ ਨਾ। ਉਹਨਾਂ ਦੀਆਂ ਤਾਂ ਝੌਂਪੜੀਆਂ ਵੀ ਆ ਕੇ ਬਣਾਉਂਦਾ ਸੀ। ਗੁਆਂਢਣ ਪੁੱਛਦੀ ਸੀ, ਇਹ ਮਿਸਤਰੀ ਕਿੱਥੋਂ ਆਇਆ? ਕਹਿੰਦੇ ਇਹ ਮਿਸਤਰੀ ਆਉਣ ਵਾਲਾ ਨਹੀਂ, ਕਹਿੰਦੇ ਦੂਣੀ ਮਜ਼ਦੂਰੀ, ਕਹਿੰਦੇ ਬੇਢੀ ਪ੍ਰੀਤ ਮਜ਼ਦੂਰੀ ਮੰਗੈ, ਜੇ ਕੋਈ ਸ਼ਾਨ ਛਵਾਵੈ ਹੋ। ਇਹ ਤਾਂ ਪ੍ਰੀਤ ਦੀ ਮਜ਼ਦੂਰੀ ਮੰਗਦਾ ਹੈ। ਇਸ ਵਾਸਤੇ ਹਰ ਸੱਜਣ, ਅਸੀਂ ਤਾਂ ਉਹਨੂੰ ਸੱਜਣ ਬਣਾਇਆ ਹੀ ਨਹੀਂ। ਪਿਆਲੀਆਂ ਪੀਣ ਵਾਲਿਆਂ ਨਾਲ ਜਰਾਨੇ, ਦੁਸ਼ਕਰਮ ਕਰਨ ਵਾਲਿਆਂ ਸਾਡੀ ਬੈਠਕ। ਉਹਨੂੰ ਸੱਜਣ ਕੋਈ ਬਣਾਵੇ ਤੇ ਉਹ ਫਿਰ ਸੱਜਣ ਬਣ ਕੇ ਦਿਖਾ ਵੀ ਦਿੰਦਾ। ਪ੍ਰਹਲਾਦ ਨੇ ਸੱਜਣ ਬਣਾਇਆ ਉਹਨੂੰ। ਸਾਰਾ ਸੰਸਾਰ ਰਾਜ ਸੱਤਾ ਉਹਦੇ ਵਿਰੋਧੀ ਸੀ, ਪਰ ਸੱਜਣ ਸਾਖਿਆਤ ਹੋ ਗਿਆ। ਰੱਖਿਆ ਕੀਤੀ ਮਾਤਾ ਦ੍ਰੋਪਦੀ ਨੇ। ਤੇ ਜਿਹੜੀ ਦੁਸ਼ਟ ਚੌਂਕੜੀ ਰਾਜ ਸੱਤਾ ਸੀ, ਵਿਪੜਦ ਕਰਨਾ ਚਾਹੁੰਦੀ ਸੀ। ਵਿਪੜਦ ਰਾਜ ਸੱਤਾ ਫੇਲ ਹੋ ਗਈ। ਧਰਮ ਸੱਤਾ ਨੇ ਉਹਦਾ ਪਰਦਾ ਗੱਜਿਆ। ਸੱਤਾ ਵਿੱਚ ਐਸੀ ਤਾਕਤ ਹੈ, ਰਾਜ ਸੱਤਾ ਬਹੁਤ ਦੂਰ ਤੱਕ ਜਾਂਦੀ ਹੈ, ਪਰ ਜਿਹੜੀ ਧਰਮ ਦੀ ਸੱਤਾ ਜੇ ਹੋਵੇ, ਇਹਦੇ ਮੋਰੇ ਰਾਜ ਸੱਤਾ ਫੇਲ ਹੋ ਜਾਂਦੀ ਹੈ। ਉੱਧਰ ਫੌਜਾਂ ਵੀ ਆ, ਉੱਧਰ ਸਭ ਕੁਝ ਹੀ। ਦੁਰਯੋਧਨ ਕਹਿੰਦਾ, ਉਹ ਗਵਾਲੇ ਤੂੰ ਕਿੱਧਰ ਮਦਦ ਕਰੇਗਾ? ਕ੍ਰਿਸ਼ਨ ਮਾਂ ਨੂੰ ਗਵਾਲਾ ਦਾ ਸੀ, ਗਵਾਲਿਆਂ 'ਚ ਰਹੇ ਨਾ ਨੰਦ ਬਾਬੇ ਦੇ। ਕਹਿੰਦੇ ਸਵੇਰੇ ਫੈਸਲਾ ਦਿਆਂਗੇ, ਜਿਹੜਾ ਮੈਨੂੰ ਪਹਿਲਾਂ ਮਿਲੇਗਾ। ਇਹ ਪਹਿਲਾਂ ਹੀ ਚਲੇ ਗਿਆ। ਮਹਾਰਾਜ ਚਾਦਰ ਲੈ ਕੇ ਲਿਟੇ ਸੀ। ਯੁਧਿਸ਼ਠਿਰ ਪੂਜਾ ਪਾਠ ਕਰਕੇ ਸਾਰਾ ਧੂਫ ਬੱਤੀ ਫੇਰ ਗਏ। ਚਰਨ ਨਾਲ ਖਲੋ ਗਿਆ। ਉਹ ਸੀਸ ਵੱਲ ਖਲੋਤਾ ਜਾ ਕੇ, ਹੰਕਾਰੀ ਸੀ ਨਾ। ਜਿਹੜੇ ਮਹਾਰਾਜ ਚਾਦਰ ਲਈ, ਯੁਧਿਸ਼ਠਿਰ ਕਦੋਂ ਆਏ? ਕਹਿੰਦੇ ਹੁਣੇ। ਕਹਿੰਦੇ ਤੇਰੀ ਮਦਦ ਕਰਾਂਗੇ। ਦੁਰਯੋਧਨ ਕਹਿੰਦਾ ਗਵਾਲੇ ਆ, ਤੂੰ ਝੂਠ ਬੋਲਦਾ। ਤੂੰ ਤਾਂ ਕਹਿੰਦਾ ਜਿਹੜਾ ਪਹਿਲਾਂ ਮੈਂ ਆਇਆ। ਕਹਿੰਦੇ ਮੈਂ ਇਹ ਕਿਹਾ ਵੀ ਜਿਹੜਾ ਪਹਿਲਾਂ ਦਿਸੂਗਾ। ਹੁਣ ਸਿਰ ਵਾਲਾ ਥੋੜ੍ਹੀ ਦਿਸਣਾ ਸੀ, ਚਰਨਾਂ ਜਿਹੜਾ ਉਹੀ ਦਿਸਣਾ ਸੀ। ਕਹਿੰਦੇ ਦੂਜੀ ਗੱਲ ਇਹ ਵੀ ਹੈ, ਜਿੱਧਰ ਮੈਂ ਜਾਵਾਂਗਾ ਉੱਧਰ ਮੇਰੀ ਸੈਨਾ ਨਹੀਂ ਜਾਊਗੀ, ਜਿੱਧਰ ਸੈਨਾ ਜਾਏਗੀ ਮੈਂ ਨਹੀਂ ਜਾਵਾਂਗਾ। ਹਾਂਜੀ। ਉਸ ਵੇਲੇ ਧਿਰਤਰਾਸ਼ਟਰ ਪੁੱਛਦਾ ਕਿ ਸੰਜੇ ਕਿਹਦੀ ਜਿੱਤ ਹੋਏਗੀ? ਜਿੱਤ ਕਿਹਦੀ ਹੋਏਗੀ? ਕਹਿੰਦੇ ਜਿੱਧਰ ਕ੍ਰਿਸ਼ਨ ਭਗਵਾਨ ਹੋਏਗਾ। ਕਹਿੰਦੇ ਉਹ ਤਾਂ ਉੱਧਰ ਆ। ਕਹਿੰਦੇ ਬਸ ਪੁੱਛਣ ਦੀ ਹੁਣ ਲੋੜ ਨਹੀਂ। ਜਿੱਧਰ ਭਗਵਾਨ ਜਾਂਦਾ ਉੱਧਰ ਜਿੱਤ ਹੁੰਦੀ ਹੈ। ਭਗਵਾਨ ਨੂੰ ਸਾਥੀ ਬਣਾ ਲਓ। ਅਸੀਂ ਆਪਣੀ ਅਕਲ ਦੁਆਰਾ ਮੋਰਚੇ ਲਾਉਂਦੇ ਹਾਂ, ਉਹਨੂੰ ਸਾਥੀ ਬਣਾਉਂਦੇ ਨਹੀਂ। ਜੇ ਉਹਨੂੰ ਸਾਥੀ ਬਣਾ ਲਓ, ਪ੍ਰਹਲਾਦ ਦੇ ਨਾਲ ਤਾਂ ਦੁਨੀਆ ਨਹੀਂ ਸੀ, ਦ੍ਰੋਪਦੀ ਨਾਲ ਕੋਈ ਦੁਨੀਆ ਨਹੀਂ ਸੀ, ਸੀਤਾ ਰਾਵਣ ਦੀ ਕੈਦ ਸਮੁੰਦਰੋਂ ਪਾਰ ਕੋਈ ਉਹਦਾ ਪੱਖ ਨਹੀਂ ਸੀ। ਇੱਕ ਪੱਖ ਸੀ ਭਗਵਾਨ ਦਾ, ਪਰਮੇਸ਼ਰ ਦਾ। ਸੋ ਇਸ ਵਾਸਤੇ ਪਾਤਸ਼ਾਹ ਕਹਿੰਦੇ ਹਨ ਕਿ ਜਦੋਂ ਇੱਥੇ ਤੱਕ ਭਾਵਨਾ ਬਣ ਜਾਂਦੀ ਹੈ ਨਾ, ਸੱਜਣ ਪ੍ਰਗਟੇ ਆਏ, ਉਹ ਸੱਜਣ ਸਰੂਪੀ ਪਰਮਾਤਮਾ ਆ ਕੇ ਪ੍ਰਗਟ ਹੋ ਜਾਂਦੇ ਹਨ। ਕਹਿੰਦੇ ਕਿੱਥੇ ਤੇਰੇ ਥੰਮ 'ਚ ਹੈਗਾ? ਕਹਿੰਦੇ ਜਦ ਮੈਂ ਤੈਨੂੰ ਕਹਿ ਤਾ ਉਹ ਵਿਆਪਕ ਆ, ਫਿਰ ਥੰਮ ਥੁੰਮ ਦਾ ਸਵਾਲ ਕੀ ਹੈ? ਫਿਰ ਥੰਮ ਵਿੱਚ ਵੀ ਵਿਆਪਕ ਹੈ, ਸਾਰਿਆਂ 'ਚ ਹੀ ਵਿਆਪਕ ਹੈ। ਹੁਣ ਗੁੱਸੇ 'ਚ ਗੁਰਜ ਮਾਰੀ ਮਲਤਾਨ ਵਿੱਚ, ਬਸ ਥੰਮ ਪਾੜੋ ਪ੍ਰਗਟਿਆ ਨਰ ਸਿੰਘ ਰੂਪ ਅਨੂਪ ਜੁਗਾਤ। ਇਸ ਵਾਸਤੇ ਉਹ ਫਿਰ ਪ੍ਰਗਟ ਹੋ ਜਾਂਦੇ ਹਨ। ਸੰਤ ਸਹਾਈ ਰਾਮ ਕੇ। ਹਾਂ, ਜਿਹੜੇ ਸੰਤ ਮਹਾਤਮਾ ਪਰਮਾਤਮਾ ਦੇ ਮਿਲਾਪ ਕਰਾਉਣ ਵਿੱਚ ਸਹਾਈ ਸਹਾਇਕ ਹਨ। ਕਰ ਕਿਰਪਾ ਦਿਆ ਮਿਲਾ। ਵਿਛੜੇ ਜੀਵਾਂ 'ਤੇ ਉਹ ਕਿਰਪਾ ਕਰ ਦਿੰਦੇ ਆ। ਜਿਹੜਾ ਉਹਨਾਂ ਦੇ ਬਚਨਾਂ ਦੇ ਅਨੁਕੂਲ ਚੱਲਦਾ ਹੈ,
ਉਸ ਨੂੰ ਪਰਮਾਤਮਾ ਦੇ ਨਾਲ ਮਿਲਾ ਦਿੰਦੇ ਹਨ। ਇਸ ਕਰਕੇ ਮਹਾਰਾਜ ਛੇਵੇਂ ਕਹਿੰਦੇ ਸੁੰਦਰ ਇਹ ਉਹਦੇ ਹੁਕਮ 'ਚ ਹੀ ਸ਼ਾਸਤਰ ਫੜਿਆ, ਲੁੱਟਣ ਵਾਸਤੇ ਨਹੀਂ, ਲੋਕਾਂ ਦੀਆਂ ਇੱਜ਼ਤਾਂ ਬਰਬਾਦ ਕਰਨ ਵਾਸਤੇ ਨਹੀਂ, ਲੁੱਟ ਖਸੁੱਟ ਬੰਦ ਕਰਨ ਲਈ, ਇੱਜ਼ਤਾਂ ਧਰਮੀਆਂ ਦੀ ਰਾਖੀ ਕਰਨ ਲਈ ਫੜੇ। ਅਤੇ ਬਾਬੇ ਸੁੰਦਰ ਨੇ ਹੱਥ ਜੋੜ ਲਿਆ ਕਿ ਮਹਾਰਾਜ ਤੁਸੀਂ ਜੋ ਕਰਦੇ ਹੋ ਠੀਕ ਹੈ, ਪਰ ਸਾਡੇ ਮਨਾਂ 'ਚ ਕਈ ਵਾਰੀ ਸ਼ੰਕਾ ਆ ਜਾਂਦਾ, ਤੁਸੀਂ ਕਿਰਪਾ ਕੀਤੀ ਸ਼ੰਕਾ ਦੂਰ ਕਰ ਦਿੱਤੀ ਹੈ। ਇਸ ਵਾਸਤੇ ਕਹਿੰਦੇ ਹਨ ਜੀ ਤੇ ਕਿਰਪਾ ਕਰਦੇ ਉਹਨੂੰ ਪਰਮਾਤਮਾ ਨਾਲ ਮਿਲਾ ਦਿੰਦੇ ਹਨ। ਸੇਜ ਸੁਹਾਵੀ ਸਰਬ ਸੁਖ, ਇਹ ਹਿਰਦੇ ਰੂਪੀ ਸੇਜਾ ਸੁਹਾਵੀ ਸੁਖਦਾਈ ਬਣ ਜਾਂਦੀ। ਫਿਰ ਸਾਰੇ ਸੁੱਖ, ਜਿਵੇਂ ਸੇਜਾਂ ਆਪਾਂ ਆ ਗੱਦੇ ਗੁੱਦੇ ਜਾਂ ਵਿਛਾਉਂਦੇ ਹਾਂ, ਦਸ਼ਾਲੇ ਦਸ਼ੂਲੇ ਸੁਗੰਧੀ ਵਾਲੇ ਫੁੱਲ ਫਲ ਭੋਰ ਕੇ ਪਾਉਂਦੇ, ਛੇਤੀ ਨੀਂਦ ਆ ਜਾਏ, ਦਿਮਾਗ ਤਰੋ ਤਾਜ਼ਾ ਹੋ ਜਾਏ। ਪਰ ਡਿਪਰੈਸ਼ਨ ਦੀ ਬਿਮਾਰੀ ਰੱਬ ਨਾ ਕਰੇ ਫੇਰ ਵੀ ਨੀਂਦ ਨਹੀਂ ਆਉਂਦੀ, ਗੋਲੀਆਂ ਗਾਲੀਆਂ ਦਾ ਆਸਰਾ ਲੈਂਦੇ, ਗੋਲੀਆਂ ਦਿਮਾਗ ਖੁਸ਼ ਕਰੀ ਜਾਂਦੀਆਂ, ਫਿਰ ਤਾਂ ਪਾਗਲਪਨ ਹੀ ਪੈਦਾ ਹੋ ਜਾਂਦਾ। ਨਸ਼ੇ ਵਾਲੀਆਂ ਦੇਈ ਜਾਂਦੇ, ਉਹ ਵੱਧ ਸੋਊਗਾ ਅਤੇ ਦਿਮਾਗ ਦੇ ਫੁਰਨੇ ਘਟਣਗੇ, ਇਹਨੂੰ ਨੀਂਦ ਆ ਜੂਗੀ, ਆਹ ਹੀ ਆ, ਹੋਰ ਉੱਥੇ ਕੀ ਹੈ। ਸੋ ਇਸ ਵਾਸਤੇ ਅਤੇ ਜੇ ਬਾਣੀ ਦਾ ਆਸਰਾ ਲੈ ਲਈਏ, ਇਹ ਤਾਂ ਫਿਰ ਅਲੌਕਿਕ ਕਲਾ ਵਰਤਾ ਦਿੰਦੀ ਹੈ। ਨਾਮ ਬਾਣੀ ਔਸ਼ਧੀਆਂ 'ਚ ਵੀ ਉਹਦੀ ਬਰਕਤ ਹੀ ਹੁੰਦੀ ਹੈ, ਬਰਕਤ ਤਾਂ ਉਸੇ ਦੀ ਚੱਲਣੀ ਹੈ ਜੇ ਉਹਦਾ ਆਸਰਾ ਲਈਏ। ਇਸ ਵਾਸਤੇ ਫਿਰ ਕਹਿੰਦੇ ਨਾ, ਉਹ ਗੁਰੂ ਚੇਲਾ ਜਾਂਦੇ ਸੀ ਨਾ, ਗੁਰੂ ਨੇ ਚੇਲੇ ਨੂੰ ਕਿਹਾ ਕੁਝ ਬਣੀ ਨਾ, ਤੋ ਅੱਗੇ ਰਾਜੇ ਦਾ ਕੋਈ ਰੈਸਟ ਹਾਊਸ ਸੀ, ਉੱਥੇ ਬੜੀਆਂ ਸੋਹਣੀਆਂ ਸੇਜਾਂ ਵਿਛੀਆਂ ਸੀ। ਉਹ ਮੁੰਡੇ ਨੂੰ ਭਭੂਤਾ ਮਿਲਿਆ, ਜਾ ਕੇ ਸੌ ਗਏ। ਉਹ ਜਿਹੜੇ ਨੌਕਰ ਆਏ ਕਹਿੰਦੇ ਉਹ ਤੁਸੀਂ ਆ ਸਾਰੇ ਬਿਸਤਰੇ ਸੁਆਹ ਨਾਲ ਲਪੇਟ ਦਿੱਤੇ ਹੈ, ਤੁਹਾਨੂੰ ਪਤਾ ਨਹੀਂ ਆ ਰਾਜੇ ਔਰ ਮਹਾਰਾਣੀ ਦਾ ਇਹ ਆਸਣ ਹੈ। ਉਹ ਕਹਿੰਦੇ ਵੀ ਥੱਕੇ ਟੁੱਟੇ ਆਏ ਸੀ, ਸੌ ਗਏ। ਉਹ ਗੁਰੂ ਨੂੰ ਪੁੱਛਿਆ ਤੂੰ ਕੌਣ ਹੈ? ਉਹ ਲਾਪਿਆ ਉਹ ਕਰਨ। ਉਹ ਕਹਿੰਦੇ ਕੋਈ ਪਾਗਲ ਹੈ, ਛੱਡੋ ਇਹਨੂੰ। ਉਹ ਚੇਲੇ ਨੂੰ ਮੈਂ ਜੀ ਫਲਾਨਾ ਹੈ, ਆਪਣੀ ਵਡਿਆਈ ਦੇ ਉਹਨੂੰ ਪੜ੍ਹ ਕੇ ਕੁੱਟਿਆ। ਕਹਿੰਦਾ ਗੁਰੂ ਜੀ ਵੀ ਤੁਹਾਨੂੰ ਕੁਝ ਵੀ ਨਹੀਂ ਕਿਹਾ, ਸੁੱਤੇ ਤੁਸੀਂ ਵੀ ਉੱਥੇ ਸੀ, ਬਿਸਤਰਾ ਤਾਂ ਤੁਸੀਂ ਵੀ ਲਵੇੜਿਆ ਸੀ ਰਾਖ ਨਾਲ। ਕਹਿੰਦੇ ਮੈਂ ਤੈਨੂੰ ਕਿਹਾ ਤੂੰ ਕੁਝ ਬਣੀ ਨਾ, ਮੈਂ ਬਣਿਆ ਨਹੀਂ ਤੇ ਕੁੱਟ ਪਈ ਨਹੀਂ, ਤੂੰ ਬਣਿਆ ਤੇ ਕੁੱਟ ਖਾਧੀ ਨਾ। ਅੱਜ ਸੰਸਾਰ ਬਣ ਕੇ ਬਹਿੰਦਾ ਤਾਂ ਮਾਰ ਖਾ ਰਿਹਾ, ਅਤੇ ਜਦੋਂ ਆਪਣੀ ਹੋਂਦ ਮਿਟਾ ਕੇ ਗੁਰੂ ਘਰ 'ਚ ਆਈਏ ਫਿਰ ਬਰਕਤ ਮਿਲਦੀ ਹੈ। ਇਹ ਨਿਮਾਣਿਆਂ ਨਤਾਣਿਆਂ ਨੂੰ ਬਖਸ਼ਾਂ ਦੇਣ ਵਾਲਾ ਘਰ ਹੈ। ਪਰ ਅਸੀਂ ਤਾਂ ਇੱਥੇ ਆ ਕੇ ਵੀ ਪੱਖਾ ਚੜ੍ਹਾਇਆ, ਟੱਬਰ ਦੇ ਜਿੰਨੇ ਜੀ ਆ ਉਹ ਖੰਭਾਂ ਨਾਲ ਸਾਰੇ ਚਮੇੜ ਦੇਣੇ ਆ, ਸਾਰਿਆਂ ਦੇ ਨਾਂ ਲਿਖ ਦੇਣੇ ਆ ਵੀ ਪਹਿਲਾਂ ਹਵਾ ਤੁਸੀਂ ਲਿਓ, ਸੰਗਤ ਨੂੰ ਬਾਅਦ 'ਚ ਆਵੇ। ਗੱਜ ਕੇ ਬੋਲੋ। ਕਲੌਕ ਚੜ੍ਹਾਇਆ, ਉੱਤੇ ਵੀ ਨਾਂ ਲਿਖਣਾ। ਜੇ ਕਿਤੇ ਸੈੱਲ ਡੈਡ ਹੋ ਗਿਆ, ਭਾਜੀ ਸਾਡਾ ਕਲੌਕ ਕਿੱਥੇ ਸੀ, ਇੱਥੇ ਲਾਇਆ ਸੀ, ਹਾਲੇ ਤੇਰਾ ਹੀ ਰਿਹਾ ਹੈ। ਗੁਰੂ ਨਾਨਕ ਦੇ ਘਰ ਆ ਕੇ ਆਪਣਾ ਨਾਂ ਲਿਖਾਈ ਫਿਰਦੇ, ਅੰਦਰੋਂ ਹੋਮੇ ਜਾਂਦੀ ਨਹੀਂ, ਮੇਰ ਜਾਂਦੀ ਨਹੀਂ, ਛੋਟੀ ਛੋਟੀ ਚੀਜ਼ ਫਸੇ ਬੈਠੇ ਹਾਂ। ਦਾਨ ਕਰਕੇ ਵੀ ਹੰਕਾਰ ਹੈ ਕਿ ਇਹ ਸਾਡਾ ਹੈ। ਰਮਾਲਾ ਚੜ੍ਹਾ ਕੇ ਵੀ, ਗਿਆਨੀ ਜੀ ਕੱਲ੍ਹ ਰਮਾਲੇ ਦਿੱਤੇ ਸੀ, ਅੱਜ ਤੁਸੀਂ ਚੜ੍ਹਾਇਆ ਹੀ ਨਹੀਂ, ਕਿੱਥੇ ਗਾ? ਅਤੇ ਰਮਾਲੇ 'ਤੇ ਚੜ੍ਹਾਉਣ ਵਾਲੇ ਹੋਰ ਵੀ ਬਹੁਤ ਆਉਂਦੇ ਆ, ਹੁਣ ਤੇਰਾ ਰੋਜ਼ ਕਿੱਥੇ ਰੱਖ ਛੱਡੂਗਾ ਉਹ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਸੇਜ ਸੁਹਾਵੀ, ਉਹ ਸੇਜਾ ਅੰਤਸ਼ਕਰਨ ਰੂਪੀ ਸੁਹਾਵੀ ਬਣ ਜਾਂਦੀ ਹੈ, ਜਿਹਦੇ ਅੰਦਰੋਂ ਹਉਮੈ ਦਾ ਬੀਜ ਬਕਾਰ ਖਤਮ ਹੋ ਜਾਂਦੇ ਹਨ ਅਤੇ ਸਰਬ ਸੁੱਖ, ਸਾਰੀ ਤਰ੍ਹਾਂ ਦਾ ਸੁੱਖ ਮਿਲ ਜਾਂਦਾ ਹੈ। ਹੁਣ ਦੁੱਖਾਂ ਦੀ ਜਾਏ ਜਗ੍ਹਾ ਹੀ ਨਹੀਂ ਰਹੀ। ਉਹ ਪਹੁੰਚੇ ਉੱਥੇ ਗਏ ਭਾਈ ਮਨੀ ਸਿੰਘ, ਬੰਦ ਕੱਟਿਆ, ਕੋਈ ਦੁੱਖਾਂ ਦੀ ਜਾ ਹੈਗੀ ਸੀ ਉੱਥੇ। ਉਹ ਕਹਿੰਦੇ ਤੈਨੂੰ ਦੁੱਖ ਨਹੀਂ ਲੱਗਦਾ? ਕਹਿੰਦੇ ਤੂੰ ਆਪਣਾ ਕੰਮ ਕਰੀ ਜਾ, ਮੈਨੂੰ ਸਿਮਰਨ ਕਿਉਂ ਰੋਕਣ ਡਿਆ? ਮੈਂ ਆਪਣੇ ਆਨੰਦ 'ਚ ਬੈਠਾ। ਭਾਈ ਤਾਰੂ ਸਿੰਘ ਸਾਹਿਬ, ਭਾਈ ਸਵੇਗ ਸਿੰਘ ਸਾਹਿਬ, ਭਾਈ ਸੁਭਾਸ਼ ਸਿੰਘ, ਮਤੀ ਦਾਸ ਸਾਹਿਬ, ਦਿਆਲਾ ਸਾਹਿਬ, ਸਤੀ ਦਾਸ ਸਾਹਿਬ,
ਬੰਦਾ ਬਹਾਦਰ ਆਦਿਕ ਕਿਵੇਂ ਸਖਤ ਢੰਗ ਨਾਲ ਸ਼ਹੀਦ ਕੀਤਾ ਗਿਆ, ਪਰ ਉਹ ਤਾਂ ਆਨੰਦ ਸਰੂਪ 'ਚ ਜੁੜੇ ਹੋਏ ਸੀ। ਉੱਥਾਂ ਦੁੱਖਾਂ ਦੀ ਕੋਈ ਜਗ੍ਹਾ ਹੀ ਨਹੀਂ ਰਹਿੰਦੀ, ਉਸ ਮੰਜ਼ਿਲ 'ਤੇ ਪਹੁੰਚ ਜਾਂਦੇ ਹਨ। ਇਛ ਪੁੰਨੀ ਵੱਡ ਭਾਗਣੀ। ਉਹ ਬੜਿਆਂ ਭਾਗਾਂ ਵਾਲਿਆਂ ਨੂੰ ਦੁਨਿਆਵੀ ਲਾਲਚ ਵੀ ਦਿੰਦੇ ਆ, ਤੁਹਾਨੂੰ ਵਿਆਹ ਚੰਗੇ ਘਰ ਹੋ ਜਾਊਗਾ, ਜਾਇਦਾਦ ਗਵਰਨਰੀਆਂ ਸੂਬੇਦਾਰੀਆਂ ਮਿਲ ਜਾਣਗੀਆਂ। ਉਹਨਾਂ ਨੂੰ ਕੋਈ ਇੱਛਾ ਹੀ ਨਹੀਂ। ਮਨ ਇੱਛਾ ਦਾਨ ਕਰਨ ਸਰਵਤਰ ਆਸਾ ਪੂਰਨ। ਵੱਡਿਆਂ ਭਾਗਾਂ ਵਾਲਿਆਂ ਸਭ ਇੱਛਾ ਪੁੰਨੀ ਪੁੱਗ ਜਾਂਦੀਆਂ, ਕੋਈ ਇੱਛਾ ਹੀ ਨਹੀਂ ਰਹਿੰਦੀ, ਨਿਰੀਹਾ ਹੋ ਜਾਂਦੇ ਹਨ। ਉਹ ਵੱਡਿਆਂ ਭਾਗਾਂ ਵਾਲੇ ਹਨ। ਵਰ ਪਾਇਆ ਹਰਿ ਰਾਏ। ਵਰ ਕੀ ਪਾਇਆ ਹਰੀ ਰਾਏ, ਪਰਮੇਸ਼ਰ ਦੇ ਮਿਲਾਪ ਦਾ। ਹਰੀ ਜੋ ਹਰਿਆਂ ਕਰਨ ਵਾਲਾ, ਰਾਏ ਰਾਜਾ ਰੂਪ ਪ੍ਰਕਾਸ਼ ਰੂਪ ਸਰੇਸ਼ਟ ਵਰ, ਉਸ ਨੂੰ ਪਾ ਲਿਆ ਹੈ। ਮਿਲ ਸਹੀਆ ਮੰਗਲ ਗਾਵਹੀ। ਸੰਤਾਂ ਮਹਾਤਮਾ ਰੂਪੀ ਸਈਆਂ ਜਗਿਆਸੂਆਂ ਨਾਲ ਮਿਲ ਕੇ ਮੰਗਲ ਖੁਸ਼ੀ ਦੇ ਗੀਤ ਗਾਉਂਦੇ ਹਨ। ਗੀਤ ਗੋਬਿੰਦ ਅਲਾ। ਇਹ ਆਸ਼ਕੀ ਮਸ਼ੂਕੀ ਹੀਰ ਰਾਂਝਿਆਂ ਦੇ ਨਹੀਂ, ਵਿਗੜੇ ਹੋਏ ਮੁੰਡੇ ਕੁੜੀਆਂ ਦੇ ਗੀਤ ਨਹੀਂ ਗਾਉਂਦੇ। ਕਿਹੜੇ ਗੀਤ ਗਾਉਂਦੇ ਆ? ਗੀਤ ਗੋਬਿੰਦ ਅਲਾਏ। ਗੋ ਜੋ ਇੰਦਰੀਆਂ ਦਾ ਬਿੰਦ ਪ੍ਰਕਾਸ਼ ਪਰਮਾਤਮਾ, ਉਹਦੇ ਜਸ ਰੂਪੀ ਗੀਤਾਂ ਦੀ ਅਲਾਪਚਾਰੀ ਕਰਦੇ ਹਨ। ਹਰ ਜਿਹਾ ਅਬਰ ਨਾ ਦਿਸਈ। ਉਹਨਾਂ ਦੀ ਦ੍ਰਿਸ਼ਟੀ ਇੰਨੀ ਗੰਭੀਰ ਹੋ ਗਈ, ਪਰਮਾਤਮਾ ਵਰਗਾ ਕਹਿੰਦੇ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ ਹੈ। ਕੋਈ ਦੂਜਾ ਲਵੇ ਨਾ ਲਾ। ਦੂਜਾ ਦਵੈਤਵਾਦੀ ਉਹਨਾਂ ਦੀ ਲਵੇ ਸਦਰਸ਼ਤਾ ਨਹੀਂ ਲਾ ਸਕਦਾ, ਬਰਾਬਰੀ ਪ੍ਰਾਪਤ ਨਹੀਂ ਕਰ ਸਕਦਾ। ਕੋਈ ਹੈ ਦੁਨੀਆ 'ਤੇ ਜਿਹੜਾ 10ਵੇਂ ਪਾਤਸ਼ਾਹ ਦੀ ਬਰਾਬਰੀ ਕਰ ਲਊਗਾ? ਇਤਿਹਾਸ ਪੜ੍ਹ ਕੇ ਦੇਖ ਲਿਓ, ਬਣੇ ਠਣੇ ਤਾਂ ਬਹੁਤ ਫਿਰਦੇ ਆ। ਕਈ ਕਲਗੀ ਲਾ ਲੈਂਦੇ ਵੀ ਸ਼ਾਇਦ ਕਲਗੀ ਲਾਉਣ ਨੇ ਕੰਮ ਬਣ ਜਾਊਗਾ। ਕਲਗੀਆਂ ਲਾਉਣ ਨਾਲ ਕੋਈ ਕਲਗੀ ਧਰ ਨਹੀਂ ਬਣਦਾ। ਕਲਗੀ ਧਰ ਤਾਂ ਉਹ ਬਣੂ ਜਿਨ੍ਹਾਂ ਨੇ ਸਾਰੀ ਦੁਨੀਆ ਦੇ ਸਨਮਾਨ ਨੂੰ ਕਾਇਮ ਰੱਖਿਆ। ਅਤੇ ਜੇ ਅੱਜ ਕੋਈ ਨਿਸ਼ਾਨ ਸਾਹਿਬ ਲਾ ਦਿੰਦਾ, ਇਹਨਾਂ ਨੂੰ ਬੜਾ ਤੌਖਲਾ ਹੋ ਜਾਂਦਾ। ਇਸ ਨਿਸ਼ਾਨ ਦੀ ਬਰਕਤ ਨਾਲ ਤਾਂ ਹਿੰਦੁਸਤਾਨ ਬਚਿਆ ਹੋਇਆ। ਇਹਨਾਂ ਨੂੰ ਦੇਖ ਲਓ ਕਿਵੇਂ ਡਰ ਲੱਗਦਾ। ਝੰਡਾ ਲਾ ਦਿੱਤਾ ਜੀ, ਬੰਦਿਆਂ ਦੇ ਝੰਡੇ 'ਤੇ ਯਕੀਨ ਆ, ਜਿਹੜਾ ਅਕਾਲ ਪੁਰਖ ਦਾ ਝੰਡਾ ਇਹਦੇ 'ਤੇ ਲੋਕਾਂ ਦਾ ਵਿਸ਼ਵਾਸ ਨਹੀਂ ਰਿਹਾ। ਇਹ ਝੰਡਾ ਮਨੁੱਖ ਦਾ ਨਹੀਂ, ਇਹ ਝੰਡਾ ਹੈ ਅਕਾਲ ਪੁਰਖ ਦਾ। ਇਸ ਝੰਡੇ ਨੂੰ ਪੁੱਟਣ ਵਾਲੇ ਦੀਆਂ ਆਪਣੀਆਂ ਜੜ੍ਹਾਂ ਪੁੱਟੀਆਂ ਜਾਂਦੀਆਂ। ਸ਼੍ਰੀ ਅਸਤੋਜਾ ਭੈ ਦਿਆਲਾ, ਪੂਰਨ ਕਰਾ ਗ੍ਰੰਥ ਤਤ ਕਾਲਾ। ਇਹ ਦਿੱਲੀ ਬਚੀ ਇਸ ਝੰਡੇ ਦੀ ਕਿਰਪਾ ਨਾਲ। 9ਵੇਂ ਪਾਤਸ਼ਾਹ ਨੇ ਆਪਣਾ ਬਲੀਦਾਨ ਦਿੱਤਾ, ਝੰਡੇ ਐਵੇਂ ਝੁੱਲੇ ਆ। 10ਵੇਂ ਨੇ ਸਾਹਿਬਜ਼ਾਦਿਆਂ ਨੇ, ਸਿੰਘਾਂ ਨੇ ਬਲੀਦਾਨ ਦਿੱਤੇ, ਸਿੰਘਣੀਆਂ ਭਚੰਗੀਆਂ ਨੇ। ਇਹ ਝੰਡੇ ਐਵੇਂ ਨਹੀਂ ਝੁੱਲੇ, ਪਰ ਇਹ ਝੰਡੇ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਲਾਗਤੇ ਦੀਵਾਨ ਰਹੇ ਪੰਥ ਮਹਾਰਾਜ ਤੇ, ਗਾਵਤੇ ਸੁਜਾਨ ਰਹੇ। ਇਹ ਝੰਡਾ ਕੋਈ ਇਨਸਾਨ ਦਾ ਨਹੀਂ, ਇਹ ਪਰਮਾਤਮਾ ਦਾ ਝੰਡਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਹਲਤ ਪਲਤ ਸਵਾਰੇ ਹੋਣ। ਉਹਨਾਂ ਨੇ ਆਪਣਾ ਹਲਤ ਲੋਕ ਪ੍ਰਲੋਕ ਸਵਾਰ ਲਿਆ ਹੈ, ਸੇਵਾ ਕਰ ਕਰ, ਸਿਮਰਨ ਸਤਸੰਗ ਕਰ ਕਰਕੇ। ਨਿਹਚਲ ਦਿੱਤੀ ਅਨ ਮਹਾਰਾਜ ਨੇ ਉਹਨੂੰ ਨਿਹਚਲੋ ਜਗ੍ਹਾ ਦੇ ਦਿੱਤੀ, ਜਿਹੜੀ ਜਗ੍ਹਾ ਨੂੰ ਕੋਈ ਬਦਲ ਹੀ ਨਹੀਂ ਸਕਦਾ। ਅਚਲ ਅਸਥਾਨ, ਅਟਲ ਪਦਵੀ ਨੂੰ ਪਾ ਲਿਆ ਹੈ। ਸੰਸਾਰ ਸਾਗਰ ਤੇ ਰੱਖੇ ਅਨ। ਜਿਹੜੇ ਸੰਸਾਰ ਸਰ ਦੁਨੀਆ ਡੁੱਬ ਰਹੀ, ਗਰਕ ਰਹੀ ਹੈ, ਮਾਲਕ ਨੇ ਉਹਨਾਂ ਦੀ ਆਪ ਰੱਖਿਆ ਕੀਤੀ ਹੈ। ਬਹੁੜ ਨਾ ਜਨਮੈ ਤਾ। ਉਹ ਜੰਮਣ ਦੀ ਦੌੜ ਉਹਨਾਂ ਦੀ ਖਤਮ ਹੋ ਗਈ। ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦੇ ਹਨ। ਜਿਹਵਾ ਏਕ ਅਨੇਕ ਗੁਣ। ਇਹ ਪਾਤਸ਼ਾਹ ਸਾਡੀ ਰਸਨਾ ਇੱਕ ਹੈ, ਆਪ ਜੀ ਦੇ ਬੇਅੰਤ ਬੇਅੰਤ ਗੁਣ ਹਨ। ਤਰੇ ਨਾਨਕ ਚਰਣੀ ਪਾ। ਜਿਹੜੇ ਹਉਮੈ ਹੰਕਾਰ ਛੱਡ ਕੇ ਆਪ ਜੀ ਦੇ ਚਰਨੀ ਪੈ ਗਏ, ਉਹ ਤਰ ਗਏ ਹਨ। ਫਲ ਗੁਣ ਨਿਤ ਸਲਾਹੀਐ। ਮਹੀਨੇ ਦੁਆਰਾ ਕਹਿੰਦੇ ਨਿਤ ਹਮੇਸ਼ਾ ਵਾਸਤੇ ਉਹਦੀ ਉਸਤਤ ਕਰਨਾ ਕਰੀਏ। ਜਿਸ ਨੂੰ ਤਿਲ ਨਾ ਤਮਾ। ਜਿਹਨੂੰ ਤਿਲ ਥੋੜਾ ਮਾਤਰ ਵੀ ਤਮਾਏ, ਤਮਾ ਨੇ ਅੰਧਕਾਰ ਹਨੇਰਾ ਨਹੀਂ, ਪ੍ਰਕਾਸ਼ ਰੂਪ ਹੀ ਹੈ। ਜਿਨ ਜਿਨ ਨਾਮ ਧਿਆਇਆ। ਹੁਣ ਇਸ ਬਾਣੀ ਦਾ ਫਲਾਦੇਸ਼ ਮਹਾਤਮ ਦੱਸਦੇ ਹਨ। ਜਿਨ੍ਹਾਂ ਨੇ 12 ਮਾਹਾਂ ਦੀ ਬਾਣੀ ਤੋਂ ਸਿੱਖਿਆ ਲੈ ਕੇ
ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ, ਤਿਨ ਕੇ ਕਾਜ ਸਰੇ। ਉਹਨਾਂ ਦੇ ਸਾਰੇ ਕਾਰਜ ਪੂਰੇ ਹੋ ਗਏ ਹਨ। ਹਰ ਗੁਰ ਪੂਰਾ ਆਰਾਧਿਆ। ਹਰੀ ਗੁਰੂ ਪੂਰਾ ਅਕਾਲ ਪੁਰਖ, ਗੁਰੂ ਦੁਆਰਾ ਪ੍ਰਮਾਤਮਾ ਦੇ ਨਾਮ ਦੀ ਆਰਾਧਨਾ ਕੀਤੀ ਹੈ। ਦਰਗਹ ਸੱਚ ਖਰੇ। ਉਹ ਸੱਚੀ ਦਰਗਾਹ ਵਿੱਚ ਖਲੋਤੇ ਨਜ਼ਰ ਆਉਂਦੇ, ਉਹਨਾਂ ਦੇ ਦਰਸ਼ਨ ਹੁੰਦੇ ਆ ਕਿ 5 ਪਿਆਰੇ ਖੜੇ ਆ, 4 ਸਾਹਿਬਜ਼ਾਦੇ ਖੜੇ, 40 ਮੁਕਤੇ ਖੜੇ। ਇਹ ਮਹਾਰਾਜ ਦੇ ਨਾਲ ਉਹਨਾਂ ਨੇ ਸ਼ਹੀਦੀ ਫੌਜਾਂ ਖੜੀਆਂ ਹੁੰਦੀਆਂ, ਉਹਨਾਂ ਦੇ ਦਰਸ਼ਨ ਹੁੰਦੇ ਹਨ। ਸਰਬ ਸੁਖਾ ਨਿਧਿ ਚਰਨ ਹਰ। ਉਹਨਾਂ ਦੇ ਜਿਹੜੇ ਚਰਨ ਸਾਰੀਆਂ ਸੁੱਖਾਂ ਦੇ ਨਿਧ ਖਜ਼ਾਨਾ ਰੂਪ ਹਨ। ਭਉ ਜਲ ਬਿਖਮ ਤਰੇ। ਇਹ ਭੈਦਾਇਕ ਜਿਹੜਾ ਬਿਖਮ ਭਿਅੰਕਰ ਸੰਸਾਰ ਕਠਨ ਹੈ, ਇਸ ਤੋਂ ਗੁਰੂ ਕਿਰਪਾ ਦੁਆਰਾ, ਜਿਵੇਂ ਗਾਂ ਦੇ ਖੁਰ 'ਚ ਪਾਣੀ ਹੋਵੇ ਨਾ, ਲੰਘਣ ਲੱਗਿਆ ਕਿੰਨਾ ਕੁ ਕਲੇਸ਼ ਹੁੰਦਾ ਹੈ ਜੀ, ਉਹ ਤਾਂ ਇਉਂ ਤਰ ਜਾਂਦੇ ਹਨ। ਪ੍ਰੇਮ ਭਗਤ ਤਿਨ ਪਾਈਆ। ਪ੍ਰੇਮਾ ਭਗਤੀ ਦੁਆਰਾ ਉਹਨੇ ਮਾਲਕ ਨੂੰ ਪਾਇਆ। ਪ੍ਰੇਮਾ ਭਗਤੀ ਪਾ ਲਈ, ਪ੍ਰੇਮ ਤੇ ਭਗਤੀ। ਹੁਣ ਨਾ ਸਾਡੇ 'ਚ ਪ੍ਰੇਮ ਆ, ਨਾ ਕੋਈ ਭਗਤੀ ਹੈ। ਤੇ ਕਈ ਹੁਣ ਕਹਿਣਗੇ ਜੀ ਕੀ ਕਰੀਏ, ਪ੍ਰੇਮ ਸਾਡਾ ਨਿਯਮ ਨਹੀਂ ਰਿਹਾ। ਉਹ ਪ੍ਰੇਮ ਕਾਹਦਾ ਜਿਹਦਾ ਨਿਯਮ ਹੀ ਕੋਈ ਨਹੀਂ। ਹੁਣ ਗੁਰੂ ਅਮਰਦਾਸ ਸਾਹਿਬ ਦਾ ਪਿਆਰ ਸੀ, ਤੇ ਨਾਲ ਨੇਮ ਸੀ ਗਾਗਰ ਬਿਆਸ ਤੋਂ ਲਿਜਾਣੀ, ਇਸ਼ਨਾਨ ਕਰਾਉਣਾ। ਜੇ ਉੱਥੇ ਬੈਠੇ ਗਣ ਸਾਡਾ ਪਿਆਰ ਹੈਗਾ, ਤੇ ਮਹਾਰਾਜ ਦੇ ਹੁਕਮ 'ਚ ਗਾਗਰ ਲਿਜਾ ਕੇ ਇਸ਼ਨਾਨ ਨਹੀਂ ਕਰਾਉਂਦੇ, ਤੇ ਉਹ ਪ੍ਰੇਮ ਲੰਗੜਾ ਹੋਇਆ ਕਿ ਪੂਰਾ ਹੋਇਆ? ਨੇਮ ਵੀ ਚਾਹੀਦਾ, ਪ੍ਰੇਮ ਵੀ ਚਾਹੀਦਾ। ਇਹ ਜਿਹਨੇ ਕੁਝ ਨਹੀਂ ਕਰਨਾ, ਇਹੋ ਜਿਹੇ ਢਕੌਂਸਲੇ ਬਣਾਉਂਦੇ ਹਨ। ਪਾਤਸ਼ਾਹ ਕਹਿੰਦੇ ਪ੍ਰੇਮਾ ਭਗਤੀ ਉਹਨਾਂ ਨੇ ਪਾਈ, ਜਿਹਦੇ ਦੁਆਰਾ ਸਾਰਾ ਕੁਝ ਪ੍ਰਾਪਤ ਹੁੰਦਾ ਹੈ। ਵਿਖਿਆ ਨਾਹਿ ਜਦੇ। ਉਹ ਵਿਖੇ ਬਕਾਰਾਂ ਦੀ ਜਿਹੜੀ ਅੱਗ, ਜਿਹਦੇ ਸਾਰਾ ਸੰਸਾਰ ਦਿਨ ਰਾਤ ਮਚ ਰਿਹਾ, ਸੜ ਰਿਹਾ, ਇਹਦੇ 'ਚ ਨਹੀਂ ਸੜਦੇ। ਉਹਨਾਂ ਦਾ ਹਿਰਦਾ ਠੰਡਾ ਠਾਰ ਹੋ ਗਿਆ, ਤਪਤ ਕੜਾਹ ਬੁਝ ਗਿਆ, ਗੁਰ ਸੀਤਲ ਨਾਮ ਦਿਓ, ਐਸੀ ਅਵਸਥਾ ਬਣ ਜਾਂਦੀ ਹੈ। ਕੂੜ ਗਏ ਦੁਬਧਾ ਨਸੀ। ਕੂੜ ਜਿਹੜਾ ਸੀ ਇਹ ਵੀ ਪੂਛਾਂ ਚੱਕ ਕੇ ਦੌੜ ਗਿਆ। ਦੁਬਦਾ ਜਿਹੜੀ ਰਾਗ ਦਵੈਸ਼ ਸੀ, ਇਹ ਬਿਰਤੀ ਵੀ ਨਸ ਗਈ, ਖਤਮ ਹੋ ਗਈ ਹੈ। ਪੂਰਨ ਸੱਚ ਭਰੇ। ਪੂਰਨਾ ਜੁੜ ਕੇ ਆਪਣੇ ਹਿਰਦੇ ਨੂੰ ਸੱਚ ਨਾਲ ਭਰ ਲਿਆ। ਤੇ ਦੁਨੀਆ ਤਾਂ ਗਜਾਂ ਨਾਲ ਠੋਕ ਠੋਕ ਕੇ ਕੂੜਨਾ ਆਪਣੇ ਆਪ ਨੂੰ ਭਰ ਰਹੀ ਹੈ ਨਾ, ਝੂਠ ਦਾ ਹੀ ਬੋਲਬਾਲਾ। ਹੁਣ ਅੱਜ ਕੱਲ੍ਹ ਜਿੰਨਾ ਮੀਡੀਆ ਹੈਗਾ, ਇਹ ਚੌਧਰੀਆਂ ਦੇ ਹੱਥ ਆ। ਆਪਣੀਆਂ ਗਲਤ ਗੱਲਾਂ ਨੂੰ ਵੀ ਕਿਵੇਂ ਲੱਛੇਦਾਰ ਬਣਾ ਬਣਾ ਕੇ ਸੁਣਾਈ ਜਾਂਦੇ ਆ। ਦੂਏ ਦੀ ਜਿਹੜੀ ਸੱਚੀ ਗੱਲ ਆ, ਉਹਨੂੰ ਵੀ ਝੂਠ ਵਿੱਚ ਵਰਣਨ ਕਰਨ ਦੀ ਕੋਸ਼ਿਸ਼ ਕਰਦੇ ਆ। ਪਰ ਜਿਹੜੇ ਗੁਰਮੁਖ ਪਿਆਰੇ ਆ, ਉਹਨਾਂ ਦੇ ਬੰਦ ਬੰਦ ਵੀ ਕੱਟੇ, ਆਰੇ ਵੀ ਫੇਰੇ, ਪਰ ਪੂਰਨ ਤੌਰ 'ਤੇ ਸੱਚ ਨਾ ਭਰੇ ਸੀ। ਝੂਠੇ ਜਿਹੜੇ ਰਾਜਨੀਤਿਕ ਬੰਦੇ ਸੀ, ਸੱਚ ਨਾਲੋਂ ਤੋੜ ਨਹੀਂ ਸਕੇ, ਸੱਚ ਨਾਲੋਂ। ਕਿਉਂਕਿ ਕੂੜ ਗਏ, ਉੱਥੇ ਝੂਠ ਚਲੇ ਗਿਆ, ਝੂਠ ਚਲੇ ਗਿਆ, ਦੁਬਦਾ ਵੀ ਦੌੜ ਗਈ। ਪੂਰਨ ਜਿਹੜਾ ਪਰਮਾਤਮਾ ਸੀ, ਸੱਚ ਸਰੂਪੀ, ਉਹਦੀ ਸੱਚੀ ਬਾਣੀ ਪੜ੍ਹ ਕੇ ਆਪਣੇ ਹਿਰਦੇ ਨੂੰ ਸੱਚ ਨਾਲ ਭਰ ਲਿਆ ਹੈ। ਪਾਰ ਬ੍ਰਹਮ ਪ੍ਰਭ ਸੇਵਦੇ। ਪਾਰ ਬ੍ਰਹਮ ਪਰਮੇਸ਼ਰ ਦੀ ਹਮੇਸ਼ਾ ਉਹ ਸੇਵਾ ਖਿਦਮਤ ਕਰਦੇ ਹਨ। ਸ੍ਰਿਸ਼ਟੀ ਨੂੰ ਵੀ ਉਹਦਾ ਰੂਪ ਜਾਣ ਕੇ ਸੇਵਾ ਕਰਦੇ ਹਨ। ਮਨ ਅੰਦਰ ਏਕ ਧਰੇ। ਮਨ ਦੇ ਅੰਦਰ ਇੱਕ ਪਰਮਾਤਮਾ ਦਾ ਡਰ ਤੇ ਪਿਆਰ ਧਾਰਿਆ। ਜਿਹੜਾ ਉਹਦਾ ਡਰ ਧਾਰਦਾ, ਪਿਆਰ ਧਾਰਦਾ, ਉਹ ਕਦੀ ਬੁਰਾਈ ਕਰ ਨਹੀਂ ਸਕਦਾ। ਇਹਨਾਂ ਲੋਕਾਂ ਨੇ ਤਾਂ ਹੁਣ ਡਰ ਤਿਆਗਿਆ ਨਾ, ਤੇ ਕਿਵੇਂ ਚਿਚੜ ਬਣ ਕੇ ਕੁਰਸੀਆਂ ਨਾਲ ਚਿੰਬੜੇ ਹੋਏ ਆ। ਇਹ ਨਹੀਂ ਪਤਾ ਵੀ ਇੱਕ ਉੱਪਰ ਵੀ ਸ਼ਕਤੀ ਹੈਗੀ ਹੈ। ਪਤਾ ਨਹੀਂ ਉਹ ਕਿਸ ਵੇਲੇ ਆਪਣਾ ਕੌਤਕ ਵਰਤਾ ਦਿੰਦੀ ਹੈ। ਮਾਹ ਦਿਵਸ ਮੂਰਤ ਭਲੇ। ਉਹ ਮਾਹ ਮਹੀਨੇ, ਉਹ ਦਿਵਸ ਦਿਨ, ਮੂਰਤ ਮੈਨੇ ਉਹ ਮਹੂਰਤ ਭਲੇ ਹਨ। ਜਿਸ ਕੋ ਨਦਰ ਕਰੇ। ਜਿਨ੍ਹਾਂ ਤੇ ਆਪਣੀ ਮਿਹਰ ਦੀ ਦਿਵ ਦ੍ਰਿਸ਼ਟੀ ਨਜ਼ਰ ਕਰ ਦਿੰਦੇ ਹਨ। ਨਾਨਕ ਮੰਗੈ ਦਰਸ ਦਾਨ। ਹੇ ਪਾਤਸ਼ਾਹ, ਅਸੀਂ ਆਪ ਦੇ ਚਰਨਾਂ 'ਚੋਂ ਤੇਰੇ ਦਰਸ਼ਨ ਦਾ, ਤੇਰੇ ਪਿਆਰਿਆਂ ਦੇ ਦਰਸ਼ਨ ਦਾ ਦਾਨ ਮੰਗਦੇ ਹਾਂ। ਕਿਰਪਾ ਕਰੋ ਹਰੀ। ਹੇ ਹਰੀ ਨਿਰੰਕਾਰ ਪਰਮੇਸ਼ਰ, ਸਾਡੇ ਤੇ ਮਿਹਰ ਕਰ ਦਿਓ। ਇੱਕ ਦਖਣਾ ਹੋ ਤੋ ਪਹਿ ਮੰਗੋ, ਦੇਹੋ ਆਪਣਾ ਨਾਮ। ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਇਹ ਕਿਰਪਾ ਕਰਕੇ ਦਾਨ ਦੇ ਦਿਓ। ਇਹ 12 ਮਾਹ ਦੀ ਜੋ ਬਾਣੀ, ਬਿਕਰਮੀ ਸੰਮਤ
ਦੇ ਅਨੁਕੂਲ ਇਹ 12 ਮਹੀਨੇ ਮੰਗਲਾਚਰਨ, 12 ਪੌੜੀਆਂ, 12 ਮਹੀਨਿਆਂ ਦਾ ਫਲਾਦੇਸ਼ ਔਰ ਬਾਣੀ ਪੜ੍ਹਨ ਦਾ ਮਹਾਤਮ 14ਵੀਂ ਪੌੜੀ 'ਚ ਪਾਤਸ਼ਾਹ ਜੀ ਨੇ ਵਰਣਨ ਕੀਤਾ ਹੈ। ਇੰਨੀਆਂ ਬੇਨਤੀਆਂ ਪਾਤਸ਼ਾਹ ਜੀ ਪ੍ਰਵਾਨ ਕਰਨ। ਆਈ ਸੰਗਤ ਨੂੰ ਜੀ ਆਇਆਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸੇਵਾਦਾਰਾਂ ਦਾ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਮਹਾਰਾਜ ਮਿਹਰ ਕਰਨ। ਇਹ ਮਹੀਨਾ ਸਾਰਿਆਂ ਵਾਸਤੇ ਸੁੱਖ ਦਾ, ਪਰ ਆ ਜਿਹੜੇ 3-4 ਮਹੀਨੇ ਖਾਸ ਕਰਕੇ ਕਿਸਾਨ ਲੋਕ, ਮਜ਼ਦੂਰ ਟੱਪਕਾ, ਤੁਹਾਨੂੰ ਪਤਾ ਹੀ ਹੈ ਕਿਵੇਂ ਗੁਜ਼ਰਦੇ ਆ। ਹੁਣ ਕਿੰਨੇ ਬੰਦੇ ਮਰ ਗਏ ਆ ਇਹਨਾਂ 14 ਦਿਨਾਂ ਨੂੰ ਪਿੱਛੋਂ। ਇਹਨਾਂ ਦਾ ਕਤਲ ਕਿਹਦੇ 'ਤੇ ਪਏਗਾ? ਤੁਹਾਡੀ ਅਦਾਲਤਾਂ ਇਹ ਕਤਲ ਬਣਾਉਂਦੀ ਨਹੀਂ। ਦਰਗਾਹ ਤਾਂ ਕਤਲ ਦਾ ਜਿੰਮਾ ਕਿਸੇ ਦੇ ਪੱਲੇ ਪਾਏਗੀ ਕਿ ਨਹੀਂ? ਆ ਜਿਹੜੇ ਗਰੀਬ ਲੋਕ ਮਰ ਰਹੇ ਆ, ਕਿਉਂਕਿ ਇਹਨਾਂ ਦੀ ਕਚਹਿਰੀ, ਇਹਨਾਂ ਦਾ ਸਭ ਕੁਛ ਹੈ, ਪਰ ਉੱਤੇ ਵੀ ਨਿਆਂ ਵਾਲੀ ਇੱਕ ਸਰਕਾਰ ਬੈਠੀ ਹੈ, ਸੱਚੀ ਸਰਕਾਰ। ਉਹ ਤਾਂ ਨਿਆਂ ਕਰੇਗੀ ਨਾ ਕਿ ਆ ਇੰਨੇ ਬੰਦੇ ਮਰੇ ਆ, ਇਹਨਾਂ ਦਾ ਕਤਲ ਕਿਹਦੇ ਜਿੰਮੇ ਆ? ਉਹ ਤਾਂ ਫਿਰ ਹਿਸਾਬ ਕਿਤਾਬ ਲਏਗਾ ਨਾ, ਸੱਚੀ ਸਰਕਾਰ ਲਏਗੀ ਹਿਸਾਬ ਕਿਤਾਬ। ਉੱਥੇ ਸੱਚੋ ਹੀ ਸੱਚ ਨਿਬੜਿਆ, ਚੁਣ ਬਾਹ ਕੱਢੇ ਜਜਮਾਲਿਆ, ਥਾਵਨ ਪਾਨ ਕੂੜਿਆਰ ਮੁਹ ਕਾਲੇ, ਦੋਜਕ ਚਾਲਿਆ, ਤੇਰੇ ਨਾਇਰਤੇ ਸੇ ਜਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੈ ਧਰਮ ਬਹਾਲਿਆ। ਫਿਰ ਸੱਚੀ ਸਰਕਾਰ ਕਈ ਵਾਰੀ ਬੰਦੇ ਬਹਾਦਰ ਵਰਗੀ ਦੀ ਡਿਊਟੀ ਲਾਉਂਦੀ ਨਾ। ਵਜ਼ੀਰ ਖਾਨ ਨੂੰ ਕਹਿੰਦੇ ਆ ਜਾ ਬਈ, ਤੂੰ ਵੀ ਮਨ ਆਈਆਂ ਕਰ ਲਈਆਂ ਅਸੀਂ ਮਾਤਾ ਜੀ ਨਾਲ ਠੰਡੇ ਬੁਰਜਾਂ 'ਚ ਸਾਹਿਬਜ਼ਾਦਿਆਂ ਦੇ ਨਾਲ, ਮੋਤੀ ਮਹਿਰੇ ਨਾਲ। ਉਦੋਂ ਤੇਰਾ ਟਾਈਮ ਸੀ, ਹੁਣ ਸਾਡਾ ਟਾਈਮ ਆ। ਟਾਈਮ ਆ ਜਾਂਦਾ ਨਾ, ਸਦਾ ਬਹਾਰ ਨਹੀਂ ਰਹਿੰਦੀ, ਪਤਝੜ ਵੀ ਕਈ ਤਰ੍ਹਾਂ ਦੀ ਆ ਜਾਂਦੀ ਹੈ। ਬੰਦਾ ਬਹਾਦਰ ਕਹਿੰਦਾ ਵੀ ਹੁਣ ਆ ਜਾ, ਫਿਰ ਜੋ ਤੇਰੇ ਮਨ 'ਚ ਹੈਗਾ ਉਹ ਵੀ ਕਰਕੇ ਦੇਖ ਲੈ। ਫਿਰ ਜ਼ੋਰ ਪੂਰਾ ਲਾਇਆ, ਦਿਖਾਲਤਾ ਕਿ ਨਜ਼ਾਰਾ। ਫਿਰ ਸੱਚੀ ਸਰਕਾਰ ਫਿਰ ਕਿਸੇ ਨਾ ਕਿਸੇ ਦੀ ਡਿਊਟੀ ਲਾ ਦਿੰਦੀ ਹੁੰਦੀ ਹੈ, ਉਹਦਾ ਵੀ ਬਲ ਬਹੁਤ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।